सो ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਐਂਡ ਮੈਂ ਇੱਕ ਟੌਪਿਕ ਸਾਰਿਆਂ ਨਾਲ ਸ਼ੇਅਰ ਕਰਨਾ ਚਾਹਨਾ ਜਿਹੜਾ ਟੌਪਿਕ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਬੱਚਿਆਂ ਲਈ ਬਹੁਤ ਇੰਪੋਰਟੈਂਟ ਹੈਗਾ ਤੇ ਸਾਰੇ ਸਾਡੇ ਜਿਹੜੇ ਬੱਚੇ ਨੇ ਉਹ ਇਨਕਲੂਡਿੰਗ ਵੱਡੇ ਜਿਹੜੇ ਨੇ ਉਹ ਸਮਾਰਟਫੋਨਸ ਦੇ ਨਾਲ ਬਹੁਤ ਇਨਫਲੂਐਂਸਡ ਨੇ ਸੋ ਉਸੇ ਦੇ ਬੇਸ ਤੇ ਇੱਕ ਟੌਪਿਕ ਅਸੀਂ ਅੱਜ ਤਿਆਰ ਕੀਤਾ ਤੇ ਮੈਂ ਆਪਣੇ ਪੁਆਇੰਟਸ ਕੁਝ ਰੱਖਣਾ ਚਾਹਾਂਗਾ ਤੇ ਸ਼ੁਰੂ ਚ ਅਰਾਊਂਡ 15-17 ਮਿੰਟਸ ਮੈਂ ਪ੍ਰੈਜ਼ੈਂਟ ਕਰਾਂਗਾ ਐਂਡ ਦੈਨ ਫਿਰ ਕੁਐਸਚਨਸ ਲਈ ਵੀਲ ਬੀ ਰੈਡੀ ਸੋ ਬੇਸਿਕਲੀ ਜੇ ਅਸੀਂ ਸਮਾਰਟ ਦੀ ਗੱਲ ਕਰੀਏ ਤੇ ਅੱਜ ਕੱਲ ਦੇ ਜ਼ਮਾਨੇ 'ਚ ਕਿਹੜੇ ਬੱਚਿਆਂ ਨੂੰ ਸਮਾਰਟ ਮੰਨਿਆ ਜਾਂਦਾ ਹੈ ਸੋ ਇੱਕ ਵਾਰ ਇਹ ਦੇਖ ਕੇ ਚੱਲਦੇ ਹਾਂ ਕਿ ਫਿਲਹਾਲ ਐਜ਼ ਅ ਜੇ ਅਸੀਂ ਬੱਚੇ ਹੈਗੇ ਆ ਜੇ ਛੋਟੇ ਹੈਗੇ ਆ ਜੇ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਤੇ ਕਿਹੜੇ ਬੱਚਿਆਂ ਨੂੰ ਕੀ ਲੱਗਦਾ ਕਿ ਕਿਹਨੂੰ ਸਮਾਰਟ ਮੰਨਿਆ ਜਾਂਦਾ ਸੋ ਲੈਟਸ ਲੁੱਕ ਐਟ दैट फेसबुक इंस्टाग्राम रेगुलरली चेक करते रहो देखते रहो कि दूजे ने की पाया है चेक करते रहो कि दूजे की कहना चाह रहे हैं केड़ा मैसेज किन्ने पोस्ट किया किन्ने केड़ी वीडियो पोस्ट की किन्ने केड़ी फोटो पोस्ट की ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਸਾਡੇ ਹਿਸਾਬ ਨਾਲ ਬੱਚਿਆਂ ਦੇ ਹਿਸਾਬ ਨਾਲ ਇਹ ਬਹੁਤ ਇੰਪੋਰਟੈਂਟ ਹੈਗਾ ਕਿਸੇ ਨੇ ਮੋਨੂ ਨੇ ਕੁਝ ਪਾਇਆ ਜੇ ਸੋਨੂੰ ਨਹੀਂ ਪਤਾ ਫਿਰ ਤੇ ਬਹੁਤ ਪ੍ਰੋਬਲਮ ਹੈ ਸੋਨੂੰ ਲਈ ਸੋ ਬੱਚਿਆਂ ਦੇ ਹਿਸਾਬ ਨਾਲ ਜੇ ਤੁਸੀਂ ਸਮਾਰਟ ਹੋਣਾ ਹੈ ਤੇ ਤੁਹਾਨੂੰ ਅਪ ਟੂ ਡੇਟ ਇੰਸਟਾਗ੍ਰਾਮ ਫੇਸਬੁੱਕ WhatsApp ਸਭ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਕੀ ਪਾਇਆ ਇਸ ਤੋਂ ਕੀ ਇਨਫੋਰਮੇਸ਼ਨ ਆ ਰਹੀ WhatsApp ਤੇ ਫੇਸਬੁੱਕ ਤੇ ਟਿਕਟੌਕ ਤੇ ਜਿਹੜੀਆਂ ਸਭ ਤੋਂ ਜ਼ਿਆਦਾ ਹੱਸਣ ਵਾਲੀਆਂ ਵੀਡੀਓਜ਼ ਆ ਰਹੀਆਂ ਨੇ ਨੂਰ ਨੇ ਅੱਜ ਕੀ ਕਿਹਾ ਨੂਰ ਨੇ ਅੱਜ ਕਿਸ ਤਰ੍ਹਾਂ ਹਸਾਇਆ ਜਾਂ ਹੋਰ ਬੱਚਿਆਂ ਨੇ ਜਾਂ ਹੋਰ ਬੰਦਿਆਂ ਨੇ ਅੱਜ ਕਿਸ ਤਰ੍ਹਾਂ ਹਸਾਇਆ ਉਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਗੈਰ ਜੇ ਅਸੀਂ ਅਪਡੇਟਡ ਨਹੀਂ ਕਿ ਅੱਜ ਕਿਹੜੀ ਵੀਡੀਓ ਆਈ ਨਵੀਂ ਕਿਹੜੀ ਵੀਡੀਓ ਨੇ ਸਾਰਿਆਂ ਨੂੰ ਹਸਾਇਆ ਤੇ ਫਿਰ ਤੇ ਅਸੀਂ ਸਮਾਰਟ ਬੱਚੇ ਨਹੀਂ ਹੈਗੇ ਦੈਟ ਇਜ਼ ਵਾਟ ਵੀ ਫੀਲ ਕਿ ਸਾਨੂੰ ਅਪ ਟੂ ਡੇਟ ਹੋਣਾ ਬਿਲਕੁਲ ਬਹੁਤ ਜ਼ਰੂਰੀ ਹੈ ਕਿ ਨੂਰ ਦੀਆਂ 7 ਵੀਡੀਓ ਆਈਆਂ ਸੀ ਅੱਜ 8ਵੀਂ ਆ ਗਈ ਸਾਰਿਆਂ ਨੂੰ ਪਤਾ ਮੈਨੂੰ ਨਹੀਂ ਪਤਾ ਮੈਂ ਕਾਹਨੂੰ ਨਹੀਂ ਦੇਖੀ ਤੇ ਦਿਸ ਇਜ਼ ਵੈਰੀ ਇੰਪੋਰਟੈਂਟ ਦਿਸ ਇਜ਼ ਅ ਵੈਰੀ ਸਮਾਰਟ ਥਿੰਗ ਟੂ ਡੂ ਲੈਟਸ ਸੀ ਨੈਟਫਲਿਕਸ ਤੇ ਹੌਟਸਟਾਰ ਤੇ ਵੂਟ ਤੇ ਅਮੇਜ਼ਨ ਪ੍ਰਾਈਮ ਤੇ ਹੋਰ ਜਿਹੜੇ ਬਾਕੀ ਆਨਲਾਈਨ ਪਲੇਟਫਾਰਮਸ ਨੇ ਉਹਨਾਂ ਤੇ ਕਿਹੜਾ ਬੈਸਟ ਸ਼ੋਅ ਚੱਲ ਰਿਹਾ ਇਸ ਟਾਈਮ ਬੱਚਿਆਂ ਦਾ ਕਿਹੜਾ ਸ਼ੋਅ ਚੱਲ ਰਿਹਾ ਉਹ ਮੈਂ ਸ਼ੋਅ ਮਿਸ ਤੇ ਨਹੀਂ ਕਰਤਾ ਮੇਰੇ ਬੱਚਿਆਂ ਦੋਸਤਾਂ ਨੇ ਸਾਰਿਆਂ ਨੇ ਉਹ ਸ਼ੋਅ ਦੇਖ ਲਿਆ ਇਹ ਤੇ ਨਹੀਂ ਹੋ ਗਿਆ ਕਿ ਮੇਰਾ ਉਹ ਸ਼ੋਅ ਮਿਸ ਹੋ ਗਿਆ ਹੋਏ ਕੋਈ ਨਵਾਂ ਕਾਰਟੂਨ ਆਇਆ ਹੈ ਉਹ ਕਾਰਟੂਨ ਬਾਕੀ ਸਾਰੇ ਬੱਚੇ ਦੇਖ ਰਹੇ ਨੇ ਮੇਰਾ ਉਹ ਕਾਰਟੂਨ ਰਹਿ ਗਿਆ ਤੇ ਮੈਂ ਤੇ ਪਿੱਛੇ ਰਹਿ ਗਿਆ ਮੈਂ ਤੇ ਸਮਾਰਟ ਹੀ ਨਹੀਂ ਹੈਗਾ ਤੇ ਮੈਨੂੰ ਵੀ ਜਿਵੇਂ ਬਾਕੀ ਬੱਚੇ ਦੇਖ ਰਹੇ ਨੇ ਉਸ ਤਰ੍ਹਾਂ ਮੈਨੂੰ ਵੀ ਉਹ ਕਾਰਟੂਨ ਦੇਖਣਾ ਚਾਹੀਦਾ ਹੈ ਤੇ ਮੈਨੂੰ ਅਪ ਟੂ ਡੇਟ ਰਹਿਣਾ ਚਾਹੀਦਾ ਹੈ ਕਿ ਇਹ ਸਾਰਿਆਂ ਪਲੇਟਫਾਰਮਸ ਤੇ ਕਿਹੜੇ ਸ਼ੋਅ ਫਿਲਹਾਲ ਜਿਹੜੇ ਨੇ ਉਹ ਟ੍ਰੈਂਡਿੰਗ ਹੈਗੇ ਤੇ ਦੂਜੇ ਬੱਚੇ ਦੇਖ ਰਹੇ मोबाइल ते जे मैं गेम नहीं खेडी तो मेरा संसार ते खत्म हो जाएगा मतलब जे मैं मोबाइल ते फड़ के कोई वधिया जी गेम ना खेडी होए जे मैं अंगेज ना किया होए ते जे मैं अपने फ्रेंड्स ਨੂੰ उसते ना बीट किया होए उन्हें 5वां लेवल कर लिया मैं 50वां ना कर पाए ਤੇ ਫਿਰ ਤੇ ਅਸੀਂ ਸਮਾਰਟ ਨਹੀਂ ਹੈਗੇ ਮਤਲਬ ਫਿਰ ਕਾਦੀ ਸਮਾਰਟਨੈਸ ਜੇ ਅਸੀਂ ਗੇਮ ਵਿੱਚ ਹੀ ਕਿਸੇ ਨੂੰ ਬੀਟ ਨਾ ਕਰ ਪਾਏ ਘੰਟਾ 2 ਘੰਟੇ ਜੇ ਦਿਨੇ ਸਾਨੂੰ ਵੀਡੀਓ ਗੇਮ ਫੋਨ ਤੇ ਨਾ ਖੇਡਣ ਨੂੰ ਮਿਲੀ ਤੇ ਫਿਰ ਅਸੀਂ ਸਮਾਰਟ ਨਹੀਂ ਹੈਗੇ ਫਿਰ ਤੇ ਸਮਾਰਟਨੈਸ ਵਿੱਚ ਕੁਝ ਪ੍ਰੋਬਲਮ ਹੈਗੀ ਹੈ ਇਹ ਅਸੀਂ ਸੋਚਦੇ ਹਾਂ ਬਟ ਇਹਨੂੰ ਅੱਗੇ ਵਿਚਾਰਾਂਗੇ ਕੋਈ ਵੀ ਦਿਮਾਗ ਵਿੱਚ ਕੁਐਸਚਨ ਆਇਆ ਉਹ ਫਟਾਫਟ ਗੂਗਲ ਤੋਂ ਪੁੱਛ ਲਿਆ ਬਹੁਤੀ ਦੇਰ ਰੁਕਣ ਦੀ ਲੋੜ ਨਹੀਂ ਗੂਗਲ ਨੇ ਕੋਈ ਵੀ ਕੁਐਸਚਨ ਦਾ ਜਵਾਬ ਫਟਾਫਟ ਦੇ ਦੇਣਾ ਤੇ ਤੁਸੀਂ ਉਸੇ ਟਾਈਮ ਉਨਾ ਇੰਟੈਲੀਜੈਂਟ ਹੋ ਜਾਣਾ ਤੁਸੀਂ ਕੁਐਸਚਨ ਪੁੱਛਿਆ ਗੂਗਲ ਨੇ ਜਵਾਬ ਦੇ ਦਿੱਤਾ ਤੁਹਾਨੂੰ ਉਹਦਾ ਜਵਾਬ ਆ ਗਿਆ ਤੁਸੀਂ ਹੁਣ ਇੰਟੈਲੀਜੈਂਟ ਤੁਹਾਨੂੰ ਹੋਰ ਇੰਟੈਲੀਜੈਂਸ ਦੀ ਲੋੜ ਹੀ ਨਹੀਂ ਸਾਰੀ ਚੀਜ਼ਾਂ ਤੁਹਾਨੂੰ ਪਤਾ ਨੇ ਜਿਹੜੀਆਂ ਚੀਜ਼ਾਂ ਮਾਪਿਆਂ ਨੂੰ ਪਤਾ ਨੇ ਉਹ ਤੁਹਾਨੂੰ ਪਤਾ ਨੇ ਜਿਹੜੀ ਚੀਜ਼ਾਂ ਟੀਚਰ ਨੂੰ ਪਤਾ ਨੇ ਉਹ ਵੀ ਤੁਹਾਨੂੰ ਪਤਾ ਨੇ ਸੋ ਯੂ ਆਰ ਸਮਾਰਟ ਐਂਡ ਇੰਟੈਲੀਜੈਂਟ ਇਨਫ ਨਾ ਤੁਹਾਨੂੰ ਕਿਸ ਦੀ ਗਾਈਡੈਂਸ ਦੀ ਲੋੜ ਪਏਗੀ ਸ਼ਾਇਦ ਤੇ ਨਾ ਤੁਹਾਨੂੰ ਕਿਸੇ ਦੇ ਰਾਹ ਦਿਖਾਉਣ ਦੀ ਲੋੜ ਪਏਗੀ ਸੋ ਗੂਗਲ ਨੇ ਤੁਹਾਨੂੰ ਸਮਾਰਟ ਬਣਾਤਾ ਬਟ ਲੈਟਸ ਸੀ ਫੋਨ ਚੁੱਕਿਆ ਤੇ ਫਰੈਂਡਸ ਨਾਲ ਅੱਧਾ ਘੰਟਾ ਪੌਣਾ ਘੰਟਾ ਅਸੀਂ ਗੱਲ ਕੀਤੀ ਅਪ ਟੂ ਡੇਟ ਆਪਣੇ ਆਪ ਨੂੰ ਕੀਤਾ ਫਰੈਂਡ ਨੂੰ ਕੀਤਾ ਕੀ ਚੱਲ ਰਿਹਾ ਦੁਨੀਆ 'ਚ ਕੀ ਚੱਲ ਰਿਹਾ ਘਰੇ ਕੀ ਚੱਲ ਰਿਹਾ ਉਹਦੇ ਘਰ ਕੀ ਚੱਲ ਰਿਹਾ ਤੇ ਬਹੁਤਾਂ ਅਸੀਂ ਗੱਲਾਂ ਕੀਤੀਆਂ ਆਪਣਾ ਸਮਾਰਟਫੋਨ ਯੂਜ਼ ਕੀਤਾ ਕੁਝ ਵੀਡੀਓ ਸ਼ੇਅਰ ਕੀਤੀਆਂ ਕੁਝ ਫੋਟੋ ਸ਼ੇਅਰ ਕੀਤੀਆਂ
एंड वी थिंक कि ਅਸੀਂ स्मार्ट ਹੈਗੇ ਹਾਂ बिकॉज ਮੈਨੂੰ पता है फ्रेंड की कर रही है, फ्रेंड ਨੂੰ पता है मैं की कर रही हाँ, एंड वी आर ऑल ऑन द सेम पेज। बट की एक्चुअली सानू स्मार्ट बना रहा है? अगेन लेट्स सी। जिवें मैं पहले कहा, सानू उस टाइम की खुशी देनियां ने ते सानू थोड़ियां कंटेंटमेंट देनी है कि मैं खुश हाँ, मैनू कुछ मजा आया, मैं कुछ चीज देखी, मैं स्वाद लिया। बट असी स्मार्ट बन गए? पता नहीं, सानू लगता असी स्मार्ट बन गए, बट अगे चलते हैं होर देखते हैं, विचारते हैं कि यह सारिया चीज़ां सानू जड़ियां अगे आने वालियां लाइफ विच सिचुएशंस ने, अगे आने वालियां जड़ियां लाइफ विच प्रॉब्लम्स ने, अगे आने वाले जड़े इशूज ने, कि यह सारिया चीज़ां ने सानू लाइफ विच अगे आने वाले गो अहेड एंड सी। सब तो मेन गल कि साडा स्मार्टफोन सानू स्मार्ट बना रहा है या सानू डम बना रहा है? आर वी एक्चुअली गेटिंग स्मार्ट और इज इट मेकिंग अस डम? पेरेंट्स सानू स्मार्ट बनाते हैं, टीचर्स भी बनाने की कोशिश करती हैं, बट स्मार्टफोन सानू स्मार्ट बना रहा है या डम बना रहा है? यह विचारन की गल है। असी अज होर विचारते हैं इस गल। जे मैं कहना है सानू स्मार्ट नहीं डम बना रहा है, जो कि मैं कहना चाह रहा अज, तो फिर ऑल्टरनेटिवली की करिए? जे गगन मोहन सिंह कह रहा है कि यह गल ठीक नहीं कि यह सानू स्मार्ट नहीं बना रहा, डम बना रहा है, सानू कुछ होर करना चाहिए, तो की करना चाहिए? सो मेरा यह कहना है कि फ्रेंड्स नाल समा बिताना गलत नहीं हैगा, उन्हां नाल खेडना गल्लां करनियां भी गलत नहीं हैगियां, बट जो असी तरीका इस्तेमाल कर रहे हैं अजकल दे टाइम विच, करोना नूं छड्ड के, राइट, सो करोना नूं विच इंक्लूड ना किया जाए, अदर दैन दैट जो असी तरीका इस्तेमाल कर रहे हैं वो तरीका ठीक नहीं। आई वुड सजेस्ट कि असी बाहर जाइए, फ्रेंड्स नाल खेडिए, फ्रेंड्स नाल गल्लां करिए, लाइफ नूं एक्सप्लोर करिए, दुनिया नूं एक्सप्लोर करिए, पेरेंट्स नाल बाजार जाइए, गुरुद्वारा साहब जाइए। यह सारिया चीज़ों नूं एक्सप्लोर करके साडा इमोशनल कोशेंट वधदा है। दो चीज़ां होंदियां बच्चों, एक तो होंदी है IQ। मैं मनदा कि तुहाडे सारे बच्चे तुसीं अच्छे स्कूलों पढ़ते हो, अच्छी जगह पर जाते हो, पेरेंट्स भी तुहानूं बहुत पढ़ाते हैं, तुहाडा इंटैलीजेंस क्वेश्चन जिहड़ा है वो बहुत हाई है, बहुत इंटैलीजेंट है तुसीं। कोई क्वेश्चन पूछा जाए, कोई मैथमेटिकल साइंटिफिक साइंस का क्वेश्चन पूछा जाए, तुसीं फटाफट जवाब दे सकते। बट लाइफ विच जदों तुसीं अगे वधना है, जदों तुसीं ऑफिस विच काम करना है, जदों तुसीं लाइफ विच अपने फैमिलीज नाल, बच्चों नाल अगे जाके विचरना है, उहदे विच तुहाडा इमोशनल क्वेश्चन जिहड़ा है वो बहुत ज़्यादा काम आना है। ते इमोशनल क्वेश्चन जिहड़ा है वो स्मार्टफोन्स दे विच नहीं बनना। इमोशनल क्वेश्चन लोकां नाल गलबात करके, लोकां नाल मिल के, फ्रेंड्स नूं मिल के, फ्रेंड्स नाल खेड के, फ्रेंड्स नाल लड़ के, फ्रेंड्स नाल दोबारा पैचअप करके इमोशनल क्वेश्चन इसे तरह ही बनना है। सो लेट्स सी कि असी की करिए अगे जिस नाल सानू होर थोड़ा इस बारे फायदा हो सके। सो मैं कुछ तुहानू फोटोग्राफ्स दिखाना चाह रहा जो असी इस टाइम लाइफ विच जे करिए हट के स्मार्टफोन तो बाहर आके, ते वो सानू लाइफ विच किस तरह प्रिपेयर करनगे। तुसी अपने भरा नाल, भैन नाल घर विच जदों लाइट हार्टेड एक पिलो फाइट करते हो, वो तुहानू लाइफ विच प्रिपेयर कर रहा होंदा है अगे जाके कॉरपोरेट जब फाइट होनी है, या जब तुसी अपने फ्रेंड्स नाल फाइट कर रहे हो, या फ्रेंड्स नाल हत्था मुक्की नहीं मैं कह रहा, मतलब व्हेन यू आर डूइंग एन आर्गूमेंट ऑन समथिंग, राइट, एंड समटाइम्स आर्गूमेंट्स आर हेल्दी, वो तुहानू कॉरपोरेट विच जब तुसी ऑफिस विच जाना है, उस टाइम तुहानू कॉरपोरेट दी फाइट्स लिए प्रिपेयर कर रहा है। यू आर एक्चुअली प्रिपेयरिंग योरसेल्फ फॉर लाइफ। तुहानू अगे जाके बहुत बहस बथेरे बंदियां नाल करनी पै सकती है, एंड इट इज इंपॉर्टेंट टू पुट योर पॉइंट अक्रॉस। तुहानू पता होना चाहिए कि लड़ के भी किस तरह नहीं लड़ना। पिलो फाइट इज अ परफेक्ट एग्जांपल कि लड़ के भी लड़ना नहीं है। सो लड़ाई हो रही है पर लड़ाई नहीं भी हो रही। सो दैट इज व्हाट इट टीचेस यू। यह चीज तुसी सीखदे हो है सारियां गल्लां तो। लाइफ में जो तुसी खेडते हो फ्रेंड्स नाल, जिवें असीं टग ऑफ वॉर दिखा रहे हैं,
तो तुसी हमेशा जितदे नहीं हो, कदी तुसी जितदे हो कदी तुसी हारदे हो, पर तुसी हार के भी हस रहे होंदे हो। टग ऑफ वॉर कदी देख खेडी होए ते जिहड़ी टीम गिर जाती है, जिहड़ी टीम हार जाती है, वो गिरन तो बाद भी हस रही होंदी है। दैट इज व्हाट इज लाइफ। तुसी हमेशा जितना नहीं, कदी जितना है कदी हारना है। जितना है तो ਉਹਦੇ मजे ਲੈਣੇ, ਜੇ ਹਾਰਨਾ ਤਾਂ ਵੀ ਉਹਦੇ मजे ਲੈਣੇ। ਕਈ ਵਾਰ ਹਾਰਨ ਦੇ ਵੀ मजे ਲੈਣੇ ਪੈਂਦੇ ਨੇ, ਬਿਕੋਜ਼ ਲਾਈਫ ਇਸ ਤਰ੍ਹਾਂ ਹੀ ਹੈ। ਗੁਰੂ ਸਾਹਿਬ ਨੇ ਸਾਡੇ ਲਈ ਕਿਸ ਟਾਈਮ ਕੀ ਲਿਖਿਆ ਸਾਨੂੰ ਨਹੀਂ ਪਤਾ। ਸੋ ਵੀ ਹੈਵ ਟੂ ਟੇਕ ਐਵਰੀਥਿੰਗ ਇਨ ਸਟ੍ਰਾਈਡ। ਜੋ ਚੀਜ਼ ਆ ਰਹੀ ਹੈ ਉਸ ਟਾਈਮ ਉਹਨੂੰ ਦੇਖੀਏ, ਉਸ ਟਾਈਮ ਉਹਨੂੰ ਸੋਚੀਏ। ਅਸੀਂ ਆਪਣੇ ਭੈਣ ਭਰਾਵਾਂ ਨਾਲ ਸਮਾਂ ਬਿਤਾਉਂਦੇ ਹਾਂ, ਉਹਨਾਂ ਨੂੰ ਕੁਝ ਸਿਖਾਉਂਦੇ ਹਾਂ। ਜੇ ਤੁਹਾਡੇ ਬਹੁਤ ਛੋਟੇ ਭੈਣ ਭਰਾ ਹੈਗੇ ਨੇ, ਅਸੀਂ ਉਹਨਾਂ ਨੂੰ ਕੁਝ ਦੱਸਦੇ ਹਾਂ, ਉਹਨਾਂ ਨੂੰ ਕੁਝ ਸਮਝਾਉਂਦੇ ਹਾਂ, ਉਹਨਾਂ ਨੂੰ ਕੁਝ ਸਿਖਾਉਂਦੇ ਹਾਂ, ਤੇ ਤੁਸੀਂ ਕੁਝ ਰਿਸਪੌਂਸਿਬਿਲਿਟੀ ਸ਼ੋਲਡਰ ਕਰਦੇ ਹੋ ਕਿ ਮੈਂ ਕੁਝ ਕਰ ਸਕਦਾ ਹਾਂ, ਮੈਂ ਕੁਝ ਕਰ ਰਿਹਾ ਹਾਂ, ਮੈਂ ਕਿੱਥੇ ਕੰਟਰੀਬਿਊਟ ਕਰ ਰਿਹਾ। ਇਹ ਛੋਟੀ ਛੋਟੀ ਰਿਸਪੌਂਸਿਬਿਲਿਟੀਜ਼ ਤੁਹਾਨੂੰ ਆਫਿਸ ਵਿੱਚ, ਕਾਰਪੋਰੇਟ ਵਿੱਚ ਆਉਣ ਵਾਲੀਆਂ ਵੱਡੀਆਂ ਰਿਸਪੌਂਸਿਬਿਲਿਟੀਜ਼ ਲਈ ਪ੍ਰਿਪੇਅਰ ਕਰਦੀ। ਸਾਨੂੰ ਲੱਗਦਾ ਇਹ ਛੋਟੀਆਂ ਗੱਲਾਂ ਨੇ, ਬਟ ਇਹ ਛੋਟੀਆਂ ਗੱਲਾਂ ਹੈਗੀਆਂ ਨਹੀਂ ਨੇ। ਇਹ ਫਾਈਨਲੀ ਤੁਹਾਨੂੰ ਵੱਡੇ ਵੱਡੇ ਬਰਡਨ ਚੁੱਕਣ ਲਈ ਹੈਲਪ ਕਰਦੀਆਂ। ਪੇੜਾਂ ਉੱਤੇ ਚੜ੍ਹਨਾ, ਪੇੜਾਂ ਉੱਤੇ ਖੇਡਣਾ ਸਾਨੂੰ ਲੱਗਦਾ ਬੜੀ ਛੋਟੀ ਜਿਹੀ ਗੱਲ ਹੈ, ਕਿਉਂਕਿ ਹਾਲੇ ਤੁਸੀਂ ਕਰ ਸਕਦੇ ਹੋ, ਤੁਸੀਂ ਚੜ੍ਹ ਸਕਦੇ ਹੋ, ਤੁਸੀਂ ਖੇਡ ਸਕਦੇ ਹੋ, ਤੁਸੀਂ ਇੰਜੋਏ ਕਰ ਸਕਦੇ ਹੋ। ਬਾਹਰ ਜਾ ਕੇ ਜਿੰਨਾ ਅਸੀਂ ਇਹ ਕਰਾਂਗੇ, ਸਾਨੂੰ ਉਨਾ ਆਪਣੇ ਫੀਅਰ ਨੂੰ ਓਵਰਕਮ ਕਰਨਾ ਆਏਗਾ ਕਿ ਮੈਂ ਉੱਤੇ ਚੜ੍ਹ ਕੇ ਗਿਰ ਤੇ ਨਹੀਂ ਜਾਵਾਂਗਾ। ਵੈਨ ਆਈ ਰੀਚ ਦੇਅਰ ਵਿਲ ਆਈ ਫਾਲ, ਮੇਰਾ ਪੈਰ ਤੇ ਨਹੀਂ ਥੁੜਕ ਜਾਏਗਾ, ਮੈਂ ਥੱਲੇ ਤੇ ਨਹੀਂ ਗਿਰ ਜਾਵਾਂਗਾ। ਰਾਈਟ? ਤੁਹਾਨੂੰ ਮਜ਼ਾ ਵੀ ਆ ਰਿਹਾ, ਯੂ ਨੋ ਮੈਨੂੰ ਉੱਤੇ ਜਾਣਾ ਹੈ, ਮੈਨੂੰ ਮਜ਼ਾ ਆਏਗਾ, ਬਟ ਤੁਹਾਡਾ ਫੀਅਰ ਤੁਹਾਨੂੰ ਰੋਕ ਰਿਹਾ। ਇਹੀ ਫੀਅਰ ਅਸੀਂ ਓਵਰਕਮ ਕਰਨਾ ਆਪਣੀ ਕਾਰਪੋਰੇਟ ਲਾਈਫ ਵਿੱਚ। ਅੱਗੇ ਫਿਊਚਰ ਵਿੱਚ ਵੀ ਇਹੀ ਫੀਅਰ ਓਵਰਕਮ ਕਰਨਾ। ਜਿਹੜੇ ਫੀਅਰ ਤੁਸੀਂ ਹੁਣ ਬਚਪਨ 'ਚ ਓਵਰਕਮ ਕਰ ਲਏ, ਤੁਹਾਨੂੰ ਵੱਡੇ ਹੋ ਕੇ ਵੀ ਫੀਅਰ ਓਵਰਕਮ ਕਰਨੇ ਬੜੇ ਸੌਖੇ ਆ ਜਾਣਗੇ। ਛੋਟੇ ਛੋਟੇ ਪ੍ਰੋਜੈਕਟ, ਕੋਈ ਚੀਜ਼ ਘਰ ਵਿੱਚ ਬਣਾਉਣੀ, ਕੋਈ ਚੀਜ਼ ਫਰੈਂਡਸ ਨਾਲ ਮਿਲ ਕੇ ਬਣਾਉਣੀ, ਕੋਈ ਚੀਜ਼ ਫਰੈਂਡਸ ਨਾਲ ਮਿਲ ਕੇ ਪਾਰਕ ਵਿੱਚ ਬਣਾਉਣੀ, ਜਾਂ ਗੁਰਦੁਆਰੇ ਸਾਹਿਬ 'ਚ ਕੋਈ ਛੋਟਾ ਜਿਹਾ ਪ੍ਰੋਜੈਕਟ ਕਰਨਾ। ਇਹ ਛੋਟੇ ਛੋਟੇ ਪ੍ਰੋਜੈਕਟ ਜਿਹੜੇ ਨੇ ਤੁਹਾਨੂੰ ਲਾਈਫ ਦੇ ਵੱਡੇ ਪ੍ਰੋਜੈਕਟਸ ਲਈ ਪ੍ਰਿਪੇਅਰ ਕਰ ਰਹੇ, ਜਿਹੜੇ ਲਾਈਫ ਵਿੱਚ ਜਾਂ ਆਫਿਸ ਵਿੱਚ ਤੁਸੀਂ ਵੱਡੇ ਵੱਡੇ ਪ੍ਰੋਜੈਕਟਸ ਕਰਨੇ, ਵੱਡੇ ਵੱਡੀ ਇੰਪਲੀਮੈਂਟੇਸ਼ਨ ਕਰਨੀ ਹੈ, ਕੋਈ ਚੀਜ਼ ਬਣਾਉਣੀ, ਕੋਈ ਚੀਜ਼ ਤਿਆਰ ਕਰਨੀ ਹੈ। ਇਹ ਸਾਰੇ ਪ੍ਰੋਜੈਕਟਸ ਤੁਹਾਨੂੰ ਇੱਕ ਥਾਟ ਪ੍ਰੋਸੈਸ ਦਿੰਦੇ ਨੇ ਕਿ ਮੈਂ ਕਿਸ ਤਰ੍ਹਾਂ ਸ਼ੁਰੂ ਕਰਾਂ, ਕਿਸ ਤਰ੍ਹਾਂ ਉਹਨੂੰ ਮੈਂ ਡਿਜ਼ਾਈਨ ਕਰਾਂ, ਪ੍ਰਿਪੇਅਰ ਕਰਾਂ ਕਿ ਮੈਂ ਵਧੀਆ ਤਰੀਕੇ ਨਾਲ ਆਪਣਾ ਪ੍ਰੋਜੈਕਟ ਖਤਮ ਕਰ ਪਾਵਾਂ। ਸੋ ਸਾਨੂੰ ਇਹ ਲੱਗਦਾ ਹੈ ਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ, ਬਟ ਸਾਨੂੰ ਇਹ ਸਾਰੀਆਂ ਚੀਜ਼ਾਂ ਦੇ ਕੈਨ ਟੇਕ ਅਸ ਅ ਲੌਂਗ ਵੇ ਇਨ ਆਰ ਐਲਡਰਲੀ ਲਾਈਫ। ਆਪਣੇ ਫਰੈਂਡਸ ਨਾਲ, ਆਪਣੇ ਦੋਸਤਾਂ ਨਾਲ ਖੇਡਣਾ, ਦੌੜਨਾ, ਭੱਜਣਾ, ਇਹ ਸਾਰੀਆਂ ਚੀਜ਼ਾਂ ਤੁਹਾਨੂੰ when you learn to do these now, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਫਿਊਚਰ ਵਿੱਚ ਤੁਹਾਡੇ ਕਾਰਪੋਰੇਟ ਸਕਸੈਸ ਵਿੱਚ ਵੀ ਬਹੁਤ ਹੈਲਪ ਕਰਦੀਆਂ। ਬਿਕੋਜ਼ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਦਿਨ ਸਾਈਕਲ ਚਲਾਣੀ ਸਿੱਖੀ, ਮੈਂ ਨਹੀਂ ਸਿੱਖ ਪਾਇਆ, ਅਗਲੇ ਦਿਨ ਮੈਂ ਫੇਰ ਟਰਾਈ ਕੀਤੀ, ਮੈਂ ਨਹੀਂ ਸਿੱਖ ਪਾਇਆ, ਤੀਜੇ ਦਿਨ ਮੇਰੇ ਫਰੈਂਡ ਨੇ ਮੈਨੂੰ ਥੋੜਾ ਜਿਹਾ ਪਿੱਛੋਂ ਹੈਲਪ ਕੀਤਾ, ਥੋੜਾ ਜਿਹਾ ਮੈਨੂੰ ਸਟੇਬਲ ਕੀਤਾ ਤੇ ਮੈਂ ਸਾਈਕਲ ਚਲਾਣੀ ਸਿੱਖ ਗਿਆ, ਤੇ ਉਸ ਤੋਂ ਬਾਅਦ ਮੈਂ ਭੱਜਣਾ ਸ਼ੁਰੂ ਹੋ ਗਿਆ। ਸੋ ਸਿਮਿਲਰਲੀ ਇਹ ਸਾਰੀਆਂ ਟੀਚਿੰਗਸ, ਇਹ ਸਾਰੀਆਂ ਲਰਨਿੰਗਸ ਤੁਹਾਨੂੰ ਕਾਰਪੋਰੇਟ ਸਕਸੈਸ ਵਿੱਚ ਹੈਲਪ ਕਰਨਗੀ। ਕਦੋਂ ਕਿਸੇ ਦੀ ਹੈਲਪ ਲੈਣੀ ਹੈ, ਕਦੋਂ ਕਿਸੇ ਦੀ ਹੈਲਪ ਮੰਗਣੀ ਹੈ, ਕਦੋਂ ਕਿਸੇ ਦੀ ਹੈਲਪ ਨਾਲ ਅੱਗੇ ਵਧਣਾ ਹੈ, ਔਰ ਫਿਰ ਬਾਅਦ ਚੋਂ ਉਹਨੂੰ ਆ ਕੇ ਥੈਂਕ ਯੂ ਕਹਿ ਕੇ ਉਹਦਾ ਦਿਲ ਵੀ ਜਿੱਤਣਾ ਹੈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਹੁਣੇ ਤੁਸੀਂ ਬਚਪਨ ਵਿੱਚ ਸੋਚਦੇ ਹੋ, ਬਣਾਉਂਦੇ ਹੋ, ਇਹ ਫਿਊਚਰ ਵਿੱਚ ਤੁਹਾਨੂੰ ਹੈਲਪ ਕਰਨ। ਹੈਵੀ ਲਿਫਟਿੰਗ ਜਿਹੜਾ ਹੁੰਦਾ ਨਾ, ਉਹ ਇੱਕ ਵਰਡ ਹੁੰਦਾ ਹੈ, ਬੇਸਿਕਲੀ ਤੁਸੀਂ ਜ਼ਿਆਦਾ ਕੰਮ ਕਰਨਾ, ਜਿੰਨਾ ਕੰਮ ਕਰ ਸਕਦੇ ਹੋ ਉਸ ਤੋਂ ਜ਼ਿਆਦਾ ਕੰਮ ਕਰਨਾ। ਹੈਵੀ ਲਿਫਟਿੰਗ ਜਿਹੜੀ ਹੈ, ਇਹ ਹੈਵੀ, ਇੱਕ ਦੇ ਬੱਚਾ ਜਿਹੜਾ ਹੈਵੀ ਬਾਲ ਚੁੱਕ ਰਿਹਾ, ਮੈਂ ਇਹਨੂੰ ਦੂਜੇ ਤਰੀਕੇ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਘਰ ਵਿੱਚ ਜੇ ਐਜ਼ ਅ ਚਾਈਲਡ ਤੁਹਾਡੇ ਬਹੁਤੇ ਕੰਮ ਨਹੀਂ ਹੈਗੇ, ਤੁਹਾਡਾ ਕੰਮ ਹੈ ਪੜ੍ਹਨਾ, ਤੁਹਾਡਾ ਕੰਮ ਹੈ ਮਾਂ ਪਿਓ ਦੀ ਗੱਲ ਸੁਣਨਾ, ਪਾਠ ਕਰਨਾ, ਕੀਰਤਨ ਕਰਨਾ, ਬਟ ਜੇ ਤੁਸੀਂ ਹੈਵੀ ਲਿਫਟਿੰਗ ਕਰਦੇ ਹੋ, ਘਰ ਵਿੱਚ ਹੈਵੀ ਲਿਫਟਿੰਗ ਕਿੰਝ ਕਰੋ? ਮਾਂ ਪਿਓ ਦੀ ਕਿਸੇ ਗੱਲ 'ਚ ਹੈਲਪ ਕਰਨਾ, ਬਰਤਨਾਂ 'ਚ ਹੈਲਪ ਕਰਨਾ, ਘਰ 'ਚ ਸਫਾਈ 'ਚ ਹੈਲਪ ਕਰਨਾ, ਘਰ ਝਾੜਨ ਫੁੱਕਣ 'ਚ ਹੈਲਪ ਕਰਨਾ, ਬੈਡ ਲਗਾਉਣ 'ਚ ਹੈਲਪ ਕਰਨਾ, ਐਨੀਥਿੰਗ। ਹੈਵੀ ਲਿਫਟਿੰਗ ਇਜ਼ ਗੋਇੰਗ ਬਿਯੋਂਡ ਵਾਟ ਯੂ ਕੈਨ ਡੂ। ਜੋ ਤੁਸੀਂ ਨੋਰਮਲੀ ਨਹੀਂ ਕਰਦੇ ਹੋ, ਨਹੀਂ ਕਰ ਸਕਦੇ, ਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨਾ ਇਜ਼ ਹੈਵੀ ਲਿਫਟਿੰਗ। ਜਿਹੜੀ ਹੈਵੀ ਲਿਫਟਿੰਗ ਹੁਣੇ ਕਰੋਗੇ ਉਹ ਤੁਹਾਨੂੰ ਫਿਊਚਰ ਲਈ ਪ੍ਰਿਪੇਅਰ ਕਰੇਗੀ, ਕਿਉਂਕਿ ਤੁਹਾਨੂੰ ਕਾਰਪੋਰੇਟ ਵਿੱਚ, ਆਫਿਸ ਵਿੱਚ ਪ੍ਰਮੋਸ਼ਨ ਤਾਂ ਹੀ ਉਹ ਮਿਲਦੀ ਹੈ
ਜਦੋਂ ਤੁਸੀਂ 120%, 130% ਜਾਂ 150% ਦਿੰਦੇ ਹੋ। ਜੇ ਤੁਹਾਨੂੰ 10 ਨੰਬਰ ਦਾ ਕੰਮ ਦਿੱਤਾ ਹੈ ਤਾਂ ਤੁਸੀਂ 15 ਨੰਬਰ ਦਾ ਕੰਮ ਕਰਕੇ ਦਿੰਦੇ ਹੋ। ਇਹ ਸਾਰੀਆਂ ਚੀਜ਼ਾਂ ਕਰਨ ਨਾਲ ਹੀ ਤੁਹਾਨੂੰ ਪ੍ਰਮੋਸ਼ਨਸ ਮਿਲਦੀਆਂ। ਸੋ ਇਹ ਜਿਹੜੀਆਂ ਹੁਣ ਅਸੀਂ ਤਿਆਰੀਆਂ ਕਰਾਂਗੇ ਇਹੀ ਸਾਨੂੰ ਫਿਊਚਰ ਵਿੱਚ ਪ੍ਰਿਪੇਅਰ ਕਰਾਂਗੇ। ਫਰੈਂਡਸ ਨਾਲ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਜਿਹੜਾ ਬੈਠ ਕੇ ਉਹਨਾਂ ਨਾਲ ਗੱਪਾਂ ਮਾਰਦੇ ਹਾਂ, ਜਿਹੜੀਆਂ ਅਸੀਂ ਉਹਨਾਂ ਨਾਲ ਡਿਸਕਸ਼ਨਸ ਕਰਦੇ ਹਾਂ, ਰੀਅਲ ਟਾਈਮ, ਫੋਨ ਤੇ ਨਹੀਂ। ਕਿਉਂਕਿ ਲਾਈਫ ਵਿੱਚ ਸਭ ਕੁਝ ਰੀਅਲ ਟਾਈਮ ਹੋਣਾ ਹੈ। ਲਾਈਫ ਵਿੱਚ ਕੋਈ ਵੀ ਚੀਜ਼ ਫੋਨ ਤੇ ਨਹੀਂ ਹੋਣੀ, ਰਾਈਟ। ਜੇ ਤੁਸੀਂ ਆਫਿਸ 'ਚ ਹੈਗੇ ਹੋ, ਜੇ ਕੋਈ ਪ੍ਰੋਬਲਮ ਆਈ, ਜੇ ਉਹਦੀ ਸੋਲੂਸ਼ਨ ਲੱਭਣੀ ਹੈ ਤੇ ਰੀਅਲ ਟਾਈਮ ਲੱਭਣੀ ਹੈ। ਉਹ ਸੋਲੂਸ਼ਨ ਜਿਹੜੀ ਹੈ ਉਹ ਫੋਨ ਤੇ ਨਹੀਂ ਲੱਭਣੀ। ਜਾਂ ਡਿਸਕਸ਼ਨਸ ਹੋਣੀ ਹੈ, ਮੀਟਿੰਗ ਹੋਣੀ ਹੈ, ਉਹ ਸਾਰੀਆਂ ਰੀਅਲ ਟਾਈਮ ਹੋਣੀ ਹੈ, ਰਾਈਟ। ਕੋਰੋਨਾ ਵਿੱਚ ਕਾਲਸ ਵਿੱਚ ਚੀਜ਼ਾਂ ਹੋ ਰਹੀਆਂ, ਪਰ ਕੋਰੋਨਾ ਹਮੇਸ਼ਾ ਨਹੀਂ ਰਹੇਗਾ। ਹਮੇਸ਼ਾ ਕਾਲਸ ਤੇ ਚੀਜ਼ਾਂ ਨਹੀਂ ਹੋਣਗੀਆਂ। ਜਿੰਨੀਆਂ ਤੁਸੀਂ ਰੀਅਲ ਟਾਈਮ ਡਿਸਕਸ਼ਨਸ ਕਰਨਾ ਔਰ ਕਨਵਰਜ਼ੇਸ਼ਨਸ ਕਰਨਾ ਔਰ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਸਿੱਖ ਜਾਓਗੇ, ਇਹ ਸਾਰੀਆਂ ਚੀਜ਼ਾਂ ਬਾਅਦ ਚੋਂ ਤੁਹਾਨੂੰ ਅੱਛੇ ਤਰੀਕੇ ਨਾਲ ਕਨੈਕਟ ਕਰਨਾ ਸਿਖਾਉਣਗੀਆਂ ਕਿ ਆਫਿਸ ਵਿੱਚ ਬੌਸ ਨਾਲ, ਪੀਅਰਸ ਨਾਲ, ਜੂਨੀਅਰਸ ਨਾਲ ਮੈਂ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ ਤਾਂ ਕਿ ਉਹਨਾਂ ਨੂੰ ਮੇਰੀ ਗੱਲ ਸਮਝ ਆਵੇ, ਤਾਂ ਕਿ ਉਹ ਮੇਰੀ ਗੱਲ ਮੰਨਣ, ਸਮਝਣ ਤੇ ਮੈਨੂੰ ਮੇਰਾ ਜਿਹੜਾ ਡਿਊ ਹੈਗਾ ਉਹ ਡਿਊ ਮੈਨੂੰ ਦੇਣ। ਜਦੋਂ ਅਸੀਂ ਛੋਟੇ ਹੈਗੇ ਹਾਂ, ਛੋਟੀ ਛੋਟੀਆਂ ਚੀਜ਼ਾਂ ਬਣਾਉਣ ਨਾਲ ਸਾਨੂੰ ਇਹ ਸਮਝ ਆਉਂਦੀ ਹੈ ਕਿ ਅਸੀਂ ਵੱਡੇ ਹੋ ਕੇ ਫਿਊਚਰ ਵਿੱਚ ਕਿਵੇਂ ਵੱਡੀਆਂ ਚੀਜ਼ਾਂ ਬਣਾਉਣੀਆਂ। ਸੋ ਸਮਾਲ ਥਿੰਗਸ ਨਾਓ ਵਿਲ ਮੇਕ ਅ ਬਿਗ ਡਿਫਰੈਂਸ ਇਨ ਲਾਈਫ ਲੇਟਰ। ਜਿਹੜਾ ਅਸੀਂ ਹੁਣ ਭੱਜਦੇ ਹਾਂ, ਭੱਜਣ ਦਾ ਮੈਂ ਐਗਜ਼ਾਮਪਲ ਕਿਉਂ ਲਿਆ ਹੈ ਕਿਉਂਕਿ ਜਦੋਂ ਤੁਸੀਂ ਭੱਜਦੇ ਹੋ ਸ਼ੁਰੂ 'ਚ ਤੁਹਾਨੂੰ ਮਜ਼ਾ ਆਉਂਦਾ ਭੱਜਣ ਵਿੱਚ। ਭੱਜਣਾ ਬਹੁਤ ਇੰਪੋਰਟੈਂਟ ਹੈ ਐਜ਼ ਅ ਯੰਗ ਚਾਈਲਡ। ਤੁਸੀਂ ਭੱਜਦੇ ਹੋ, ਤੁਹਾਨੂੰ ਮਜ਼ਾ ਆਉਂਦਾ ਹੈ। ਉਸ ਤੋਂ ਬਾਅਦ ਤੁਸੀਂ ਥੱਕਦੇ ਹੋ, ਉਸ ਤੋਂ ਬਾਅਦ ਦੈਨ ਯੂ ਵਾਂਟ ਟੂ ਸਟਾਪ। ਬਟ ਜੇ ਤੁਸੀਂ ਥੋੜਾ ਜਿਹਾ ਹੋਰ ਭੱਜਦੇ ਰਹੋ ਤੇ ਦੈਨ ਯੂ ਕੈਨ ਰਨ 5 ਕਿਲੋਮੀਟਰਸ, 10 ਕਿਲੋਮੀਟਰਸ, 50 ਕਿਲੋਮੀਟਰਸ। ਦੈਟਸ ਦਾ ਫੈਕਟ ਆਫ ਰਨਿੰਗ। ਜਿਹੜੇ ਲੋਕ ਭੱਜਦੇ ਨੇ ਔਰ ਜ਼ਿਆਦਾ ਭੱਜਦੇ ਨੇ ਉਹ ਤੁਹਾਨੂੰ ਇਹ ਚੀਜ਼ ਦੱਸ ਪਾਉਣ। ਸਿਮਿਲਰਲੀ ਕਾਰਪੋਰੇਟ ਵਿੱਚ ਹੀ ਹੈ। ਸ਼ੁਰੂ 'ਚ ਭੱਜਣਾ ਬਹੁਤ ਸੌਖਾ ਹੈ ਐਂਡ ਦੈਨ ਯੂ ਗੈਟ ਟਾਇਰਡ ਐਂਡ ਦੈਨ ਯੂ ਸਲੋ ਡਾਊਨ। ਬਟ ਦੈਨ ਵੈਨ ਯੂ ਪਿਕ yourself up ਕਿ ਯਾਰ ਨਹੀਂ ਮੈਂ ਤੇ ਹੋਰ ਭੱਜਣਾ ਹੈ, ਮੈਂ 5 ਕਿਲੋਮੀਟਰ ਭੱਜ ਕੇ ਰਹਾਂਗਾ, ਉਸ ਤੋਂ ਬਾਅਦ ਲਾਈਫ ਵਿੱਚ, ਕਾਰਪੋਰੇਟ ਵਿੱਚ, ਆਫਿਸ ਵਿੱਚ ਭੱਜਣਾ ਉਨਾ ਸੌਖਾ ਹੋ ਜਾਂਦਾ। ਆਪਣਾ ਜਿਹੜੇ ਟੈਲੈਂਟ ਤੁਸੀਂ ਸਿੱਖੇ ਨੇ, ਜਿਹੜੇ ਟੈਲੈਂਟ ਤੁਹਾਡੇ ਅੰਦਰ ਹੈਗੇ ਨੇ, ਉਹਨਾਂ ਨੂੰ ਜਾਓ, ਉਹਨਾਂ ਨੂੰ ਬਾਹਰ ਜਾਓ, ਉਹਨਾਂ ਨੂੰ ਸ਼ੋਕੇਸ ਕਰੋ। ਜੇ ਤੁਹਾਨੂੰ ਕੀਰਤਨ ਆਉਂਦਾ ਹੈ ਤੇ ਕੀਰਤਨ ਸੁਣਾਓ, ਬਾਹਰ ਜਾ ਕੇ ਗੁਰਦੁਆਰਿਆਂ 'ਚ ਕੀਰਤਨ ਸੁਣਾਓ। ਜੇ ਤੁਹਾਨੂੰ ਹਾਰਮੋਨੀਅਮ ਆਉਂਦਾ ਹੈ, ਤਬਲਾ ਆਉਂਦਾ ਹੈ, ਜਾਂ ਜੇ ਤੁਹਾਨੂੰ ਪੇਂਟਿੰਗ ਆਉਂਦੀ ਹੈ, ਆਰਟ ਆਉਂਦੀ ਹੈ, ਕੋਈ ਵੀ ਚੀਜ਼ ਜੋ ਤੁਹਾਨੂੰ ਆਉਂਦੀ ਹੈ ਉਹਨੂੰ ਬਾਹਰ ਜਾਓ, ਉਹਨੂੰ ਸ਼ੋਕੇਸ ਕਰੋ ਦੁਨੀਆ ਨੂੰ। ਉਹ ਦੁਨੀਆ ਨੂੰ ਜਦ ਦਿਖਾਓਗੇ ਤਾਈਓ ਦੁਨੀਆ ਨੂੰ ਪਤਾ ਚੱਲੇਗਾ ਤੁਹਾਡੇ 'ਚ ਟੈਲੈਂਟ ਹੈ, ਪਹਿਲੀ ਗੱਲ। ਔਰ ਦੂਜੀ ਗੱਲ, ਤੁਹਾਨੂੰ ਆਪਣਾ ਟੈਲੈਂਟ ਦਿਖਾਣਾ ਆ ਜਾਏਗਾ। ਯੂ ਵਿਲ ਨੋ ਹਾਊ ਟੂ ਸ਼ੋ ਯੋਰ ਟੈਲੈਂਟ। ਕਿਹਨੂੰ ਦਿਖਾਣਾ ਹੈ, ਕਿੱਥੇ ਦਿਖਾਣਾ ਹੈ, ਦੋਨੋਂ ਚੀਜ਼ਾਂ ਇੰਪੋਰਟੈਂਟ ਹੈ। ਪ੍ਰੈਜ਼ੈਂਟ ਕਰਨਾ ਆਪਣੇ ਆਪ ਨੂੰ, ਮੈਂ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਾਂ ਆਪਣੇ ਆਪ ਨੂੰ, ਇਸ ਤਰ੍ਹਾਂ ਪ੍ਰੈਜ਼ੈਂਟ ਕਰਾਂ ਕਿ ਲੋਕੀ ਮੇਰੀ ਗੱਲ ਸਮਝਣ। ਲੋਕਾਂ ਜਿਹੜਾ ਮੈਂ ਐਕਸਪ੍ਰੈਸ਼ਨ ਦਿਖਾਣਾ ਚਾਹ ਰਹੀ ਹਾਂ ਜਾਂ ਜਿਹੜਾ ਮੈਂ ਐਕਸਪ੍ਰੈਸ਼ਨ ਦਿਖਾਣਾ ਚਾਹ ਰਿਹਾ ਉਹ ਮੈਨੂੰ ਸਮਝਣ। ਜਿਹੜੇ ਤੁਹਾਡੀਆਂ ਹੁਣ ਦੀਆਂ ਛੋਟੀਆਂ ਛੋਟੀਆਂ ਪ੍ਰੈਜ਼ੈਂਟੇਸ਼ਨਸ ਨੇ, ਜਿਵੇਂ ਛੋਟੀ ਕੁੜੀ ਅਸੀਂ ਦੇਖ ਰਹੇ ਹਾਂ, ਇਹ ਇੱਕ ਬਟਰਫਲਾਈ ਵਾਂਗ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਰਾਈਟ। ਸਕਸੈਸਫੁਲ ਪ੍ਰੈਜ਼ੈਂਟੇਸ਼ਨ ਨਾਓ ਵਿਲ ਬ੍ਰੇਸ ਯੂ ਫॉर ਆਲ ਦਾ ਕਾਰਪੋਰੇਟ ਪ੍ਰੈਜ਼ੈਂਟੇਸ਼ਨਸ। ਜਦੋਂ ਵੱਡੇ ਹੋ ਕੇ ਕਾਰਪੋਰੇਟ ਵਿੱਚ, ਆਫਿਸ ਵਿੱਚ ਪ੍ਰੈਜ਼ੈਂਟੇਸ਼ਨਸ ਦੇਣੀਆਂ ਪੈਣਗੀਆਂ, ਇਹ ਛੋਟੀਆਂ ਛੋਟੀਆਂ ਪ੍ਰੈਜ਼ੈਂਟੇਸ਼ਨਸ ਜਿਹੜੀਆਂ ਤੁਸੀਂ ਹੁਣ ਘਰ ਵਿੱਚ, ਗੁਰਦੁਆਰਾ ਸਾਹਿਬ ਵਿੱਚ ਜਾਂ ਫਿਰ ਆਪਣੇ ਫਰੈਂਡਸ ਦੇ ਵਿੱਚ ਕਰੋਗੇ, ਇਹ ਤੁਹਾਨੂੰ ਉਸ ਟਾਈਮ ਬਹੁਤ ਹੈਲਪ ਕਰਨਗੇ। ਲਾਸਟਲੀ ਜਿਹੜਾ ਹੈ, ਬਾਹਰ ਜਿਹੜਾ ਹੈ ਲਾਈਫ ਨੂੰ ਇੰਜੋਏ ਕਰਨਾ ਸਿੱਖੀਏ। ਕਿਉਂ? ਕਿਉਂਕਿ ਤੁਹਾਨੂੰ ਬਾਅਦ ਚੋਂ ਜੇ ਤੁਹਾਨੂੰ ਹੁਣ ਬਾਹਰ ਜਾ ਕੇ ਲਾਈਫ ਨੂੰ ਇੰਜੋਏ ਕਰਨ ਦੀ, ਖੇਡਣ ਦੀ, ਕੁੱਦਣ ਦੀ, ਜੰਪ ਮਾਰਨ ਦੀ, ਭੱਜਣ ਦੀ, ਸਾਈਕਲਿੰਗ ਕਰਨ ਦੀ ਆਦਤ ਨਹੀਂ ਪਈ ਤੇ ਜਦੋਂ ਕਾਰਪੋਰੇਟ ਲਾਈਫ ਵਿੱਚ ਤੁਹਾਡੇ ਤੇ ਰਿਸਪੌਂਸਿਬਿਲਿਟੀਜ਼ ਆਣਗੀਆਂ, ਤੁਹਾਡੇ ਤੇ ਬਹੁਤ ਜ਼ਿਆਦਾ ਕੰਮ ਆਏਗਾ, ਉਸ ਟਾਈਮ ਤੁਸੀਂ ਬਾਹਰ ਨਹੀਂ ਨਿਕਲੋਗੇ। ਤੇ ਜਿਵੇਂ ਅਰਸ਼ਦੀਪ ਵੀਰ ਜੀ ਨੇ ਕਿਹਾ ਸੀ, ਬੋਡੀ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਹਾਨੂੰ ਹੁਣ ਆਦਤ ਨਹੀਂ ਪਈ ਤੇ ਤੁਹਾਨੂੰ ਬਾਅਦ ਚੋਂ ਵੀ ਬੋਡੀ ਦੀ ਧਿਆਨ ਰੱਖਣ ਦੀ ਆਦਤ ਨਹੀਂ ਪੈਣੀ। ਉਹ that is very important for now and in the future. ਲਾਸਟਲੀ, ਜੇ ਮੈਂ ਹੁਣ ਸਾਰੀਆਂ ਗੱਲਾਂ ਕਹਿਤੀਆਂ ਕਿ ਭਈਆ ਸਾਨੂੰ ਫੋਨ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਸਾਨੂੰ ਬਾਹਰ ਜਾਣਾ ਚਾਹੀਦਾ ਹੈ, ਇਹ ਤੇ ਇੱਕ ਗੱਲ ਹੋ ਗਈ। ਪਰ ਮੈਂ ਫੋਨ ਤੋਂ ਦੂਰ ਕਿੰਝ ਰਹਾਂ? ਕੁਝ ਸੁਜੈਸ਼ਨਸ ਹੈਗੀਆਂ ਤਾਂ ਦੇ ਦਿਓ। ਮੇਰੇ ਕੋਲ ਥੋੜੀਆਂ ਜਿਹੀਆਂ ਹੈਗੀਆਂ, ਹੋ ਸਕਦਾ ਤੁਹਾਡੇ ਕੰਮ ਆਣ। I would like to share a few here.
ਇੱਕ ਤੇ ਆਪਣੇ ਪੇਰੈਂਟਸ ਨੂੰ ਕੋ ਹੈਲਪ ਲਈ, ਹੁਣ ਤੁਸੀਂ ਵੱਡੇ ਹੋ ਚੁੱਕੇ ਹੋ, ਯੂ ਯੋਰਸੈਲਫ ਨੋ ਮੇਰੇ ਲਈ ਕੀ ਚੀਜ਼ ਠੀਕ ਹੈ ਤੇ ਨਹੀਂ ਹੈ, ਰਾਈਟ। ਹਰ ਚੀਜ਼ ਪੇਰੈਂਟਸ ਤੁਹਾਨੂੰ ਕਹਿਣ ਨਹੀਂ ਆਣਗੇ, ਕੁਝ ਚੀਜ਼ਾਂ ਤੁਹਾਨੂੰ ਵੀ ਪੇਰੈਂਟਸ ਨੂੰ ਕਹਿਣੀਆਂ ਪੈਣਗੀਆਂ, ਰਾਈਟ। ਵਨ ਐਗਜ਼ਾਮਪਲ ਇਜ਼ ਯੂਜ਼ ਰਿਵਾਰਡ ਬੇਸਡ ਫੋਨ ਯੂਜ਼ੇਜ। ਕਿ ਮੈਂ 1 ਘੰਟਾ ਆਫਿਸ ਸਕੂਲ ਦਾ ਕੰਮ ਕੀਤਾ, ਜਾਂ 1 ਘੰਟਾ ਮੈਂ ਹੋਮਵਰਕ ਕੀਤਾ, ਜਾਂ 1 ਘੰਟਾ ਮੈਂ ਕੋਈ ਪਜ਼ਲ ਸੋਲਵ ਕੀਤੀ ਸਕੂਲ ਦੀ, ਤੇ ਮੈਨੂੰ 10 ਮਿੰਟ ਫੋਨ ਯੂਜ਼ ਕਰਨ ਦਿਓ ਮੰਮਾ ਜੀ, ਠੀਕ ਹੈ। ਉਹ ਤੁਸੀਂ ਡਿਸਾਈਡ ਕਰ ਸਕਦੇ ਹੋ 10 ਮਿੰਟ, 5 ਮਿੰਟ, 15 ਮਿੰਟ ਬਿਟਵੀਨ ਯੂ ਐਂਡ ਯੋਰ ਪੇਰੈਂਟ। ਆਈ ਜਸਟ ਮੀਨ ਕਿ ਅਸੀਂ ਫੋਨ ਯੂਜ਼ੇਜ ਨੂੰ ਥੱਲੇ ਲਿਆਣਾ ਹੈ, ਕਿਉਂਕਿ ਇਸ ਫੋਨ ਨੇ ਸਾਨੂੰ ਡੰਬ ਬਣਾਉਣਾ ਹੈ, ਸਮਾਰਟ ਨਹੀਂ ਬਣਾਉਣਾ। ਦੂਜਾ ਤਰੀਕਾ, ਮੰਮਾ ਪਾਪਾ ਨੂੰ ਕਹੋ ਮੰਮਾ ਪਾਪਾ ਮੈਂ ਜਿੰਨਾ ਮਰਜ਼ੀ ਤੁਹਾਨੂੰ ਕਹਾਂ, ਮੈਂ ਤੁਸੀਂ ਮੈਨੂੰ 1 ਦਿਨ ਤੱਕ ਫੋਨ ਨਹੀਂ ਦੇਣਾ, ਮੈਂ 1 ਦਿਨ ਫੋਨ ਦੇ ਬਗੈਰ ਰਹਿਣਾ ਚਾਹੁੰਦਾ, ਰਾਈਟ। ਕਿਉਂਕਿ ਮੈਂ ਦੇਖਣਾ ਚਾਹੁੰਦਾ ਕਿ ਮੈਂ ਹੋਰ ਕੀ ਕਰ ਸਕਦਾ, ਜੇ ਫੋਨ ਨਹੀਂ ਆਏਗਾ ਮੇਰੇ ਹੱਥ 'ਚ ਕੁਝ ਹੋਰ ਕਰਾਂਗਾ ਨਾ, ਸਮਾਂ ਤੇ ਬਿਤਾਵਾਂਗਾ, ਕੀ ਕਰਾਂਗਾ, ਲੈਟਸ ਸੀ। ਜਾਂ ਫਿਰ ਮਾਮਾ ਪਾਪਾ ਮੇਰੇ ਪੇਪਰ ਆ ਰਹੇ ਨੇ, ਮੈਂ ਚਾਹ ਰਿਹਾ ਕਿ ਤੁਸੀਂ 2 ਹਫ਼ਤੇ ਮੈਨੂੰ ਫੋਨ ਬਿਲਕੁਲ ਨਾ ਦਿਓ, ਮੈਂ ਤੁਹਾਨੂੰ ਆਪ ਰਿਕੁਐਸਟ ਕਰ ਰਿਹਾ ਕਿ 2 ਹਫ਼ਤੇ ਮੈਨੂੰ ਫੋਨ ਨਾ ਦੇਣਾ ਪਲੀਜ਼, ਠੀਕ ਹੈ। ਇੱਕ ਦੂਜਾ ਹੋਰ ਤਰੀਕਾ ਹੈ ਕਿ ਟੈਕ ਨੂੰ ਟੈਕ ਨਾਲ ਹੀ ਕੱਟਿਆ ਜਾਵੇ। ਫੋਨ ਹੈ, ਸਮਾਰਟਫੋਨ ਟੈਕਨੋਲੋਜੀ ਹੈ, ਟੈਕਨੋਲੋਜੀ ਨੂੰ ਟੈਕਨੋਲੋਜੀ ਨਾਲ ਕੱਟੋ। ਕੁਝ ਐਪਸ ਹੈਗੀਆਂ, ਜਿਵੇਂ ਸਟੇ ਫੋਕਸਡ ਇੱਕ ਐਪ ਹੈਗੀ, ਜਿਹੜਾ ਮੈਂ ਐਗਜ਼ਾਮਪਲ ਦੇ ਰਿਹਾ, ਇਹੋ ਜਿਹੀਆਂ ਐਪਸ ਤੁਸੀਂ ਡਾਊਨਲੋਡ ਕਰ ਲਓ ਫੋਨ ਵਿੱਚ, ਉਹ ਤੁਹਾਡੇ ਫੋਨ ਨੂੰ 30 ਮਿੰਟਸ ਆਫ ਯੂਜ਼ੇਜ ਤੋਂ ਬਾਅਦ ਬਲੌਕ ਕਰ ਦੇਣਗੇ। ਤੁਸੀਂ ਕਹਿ ਦਿਓ WhatsApp, Facebook, Instagram, Twitter, YouTube ਮਿਲਾ ਕੇ ਮੈਂ ਅੱਧੇ ਘੰਟੇ ਤੋਂ ਜ਼ਿਆਦਾ ਨਹੀਂ ਦੇਖਣਾ, ਜਿਵੇਂ ਅੱਧਾ ਘੰਟਾ ਕ੍ਰਾਸ ਹੋ ਜਾਏ ਮੈਨੂੰ ਬਲੌਕ ਕਰ ਦੇਣਾ। that app will block you after half an hour। ਉਸ ਤੋਂ ਬਾਅਦ ਫੋਨ ਨਾਰਮਲ ਚੱਲੇਗਾ, SMS ਚੱਲੇਗਾ, ਬਟ ਤੁਹਾਨੂੰ ਐਪ ਹੋਰ ਕੁਝ, ਫੋਨ ਤੁਹਾਨੂੰ ਹੋਰ ਕੁਝ ਨਹੀਂ ਕਰਨ ਦੇ। ਐਸੇ ਐਪ ਵਿੱਚ ਤੁਸੀਂ ਹੋਰ ਥੋੜਾ ਅੱਗੇ ਜਾ ਸਕਦੇ ਹੋ, ਇਹ ਤਾਂ ਤੁਸੀਂ ਸੈਲਫ ਕੰਟਰੋਲ ਕੀਤਾ। ਦੂਜਾ, ਤੁਸੀਂ ਪੇਰੈਂਟਸ ਨੂੰ ਕਹਿ ਦਿਓ ਕਿ ਮੰਮਾ ਪਾਪਾ ਤੁਸੀਂ ਇਹਦੇ 'ਚ ਇੱਕ ਪਾਸਵਰਡ ਪਾ ਦਿਓ, ਤਾਂ ਕਿ ਅੱਧੇ ਘੰਟੇ ਬਾਅਦ ਇਹ ਬਲੌਕ ਹੋ ਜਾਏ ਔਰ ਮੈਂ ਉਹਨੂੰ ਅਨਬਲੌਕ ਵੀ ਨਾ ਕਰ ਸਕਾਂ, ਨਾ ਐਪ ਰਿਮੂਵ ਹੋਏਗੀ, ਸਟੇ ਫੋਕਸ ਜਿਹੜੀ ਐਪ ਹੈ ਉਹ ਰਿਮੂਵ ਵੀ ਨਹੀਂ ਹੋਏਗੀ ਆਪਣੇ ਆਪ, ਤੇ ਕਿਉਂਕਿ ਪਾਸਵਰਡ ਪੇਰੈਂਟਸ ਕੋਲ ਹੈ, ਇਸ ਲਈ ਅੱਧੇ ਘੰਟੇ ਬਾਅਦ ਤੁਸੀਂ ਕੁਝ ਕਰ ਵੀ ਨਹੀਂ ਪਾਓਗੇ। ਅੱਧੇ ਘੰਟੇ ਦਾ ਤੁਸੀਂ 15 ਮਿੰਟ, 40 ਮਿੰਟ, 45 ਮਿੰਟ, that is up to you, that you decide ਕਿ ਮੈਂ ਕਿੰਨੇ ਟਾਈਮ ਫੋਨ ਤੇ ਬਿਤਾਣਾ ਹੈ। ਬਟ ਟੈਕਨੋਲੋਜੀ ਨੂੰ ਯੂਜ਼ ਕਰਕੇ ਤੁਸੀਂ ਟੈਕਨੋਲੋਜੀ ਨੂੰ ਬਲੌਕ ਕਰ ਸਕਦੇ ਹੋ, ਤਾਂ ਕਿ ਤੁਸੀਂ ਸਮਾਰਟ ਬਣੋ, ਡਮ ਨਾ ਬਣੋ। ਇਹ ਤੁਹਾਡੀ ਲਾਈਫ ਹੈ, ਰਾਈਟ, ਇਟ ਇਜ਼ ਯੋਰ ਲਾਈਫ। ਇਹ ਲਾਈਫ ਗੂਗਲ ਦੀ, ਫੇਸਬੁੱਕ ਦੀ, ਇੰਸਟਾਗ੍ਰਾਮ ਦੀ ਨਹੀਂ ਹੈਗੀ। they are not the owners of this life, you are the owner of this life, take control of it now। ਹਾਲੇ ਹੀ ਇਹੀ ਟਾਈਮ ਹੈ ਕਿ ਤੁਸੀਂ ਇਹਦਾ ਕੰਟਰੋਲ ਲਓ, ਤੁਹਾਡੇ ਆਪਣੇ ਹੱਥ 'ਚ ਤੁਹਾਡੀ ਲਾਈਫ ਹੋਣਾ ਚਾਹੀਦੀ ਹੈ। ਫਿਲਹਾਲ ਅਸੀਂ ਸਾਰਿਆਂ ਨੇ ਆਪਣੀ ਲਾਈਫ ਜਿਹੜੀ ਆ ਉਹ ਫੇਸਬੁੱਕ, ਇੰਸਟਾਗ੍ਰਾਮ, YouTube ਵਗੈਰਾ ਦੇ ਹੱਥ 'ਚ ਛੱਡੀ ਹੋਈ। ਵੀ ਨੀਡ ਟੂ ਟੇਕ ਕੰਟਰੋਲ, ਸਾਡੀ ਲਾਈਫ ਹੈ, ਅਸੀਂ ਇਹਨੂੰ ਕੰਟਰੋਲ ਕਰਾਂਗੇ। ਵੀ ਵਿਲ ਨਾਟ ਅਲਾਉ ਅ ਡਮ ਸਮਾਰਟਫੋਨ ਟੂ ਕੰਟਰੋਲ ਆਰ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ ਢੰਗ ਦੇ ਨਾਲ ਵੀਰ ਜੀ ਗਗਨਮੋਹਨ ਸਿੰਘ ਜੀ ਨੇ ਸਾਨੂੰ ਇਹ ਅਹਿਸਾਸ ਕਰਾਇਆ ਕਿ ਅਸੀਂ ਸਮਾਰਟਫੋਨ ਯੂਜ਼ ਕਰਕੇ ਸਮਾਰਟ ਨਹੀਂ ਹੋ ਰਹੇ, ਰਾਦਰ ਡੰਬ ਹੋ ਰਹੇ ਹਾਂ। ਵੀਰ ਜੀ ਕਿਉਂਕਿ ਇੱਕ ਕਾਰਪੋਰੇਟ ਵਰਲਡ ਦੇ ਵਿੱਚ ਕੰਮ ਕਰਦੇ ਹਨ, ਸੋ ਉਹਨਾਂ ਨੇ ਜੋ ਉਹਨਾਂ ਦੀ ਡੇਲੀ ਲਾਈਫ ਦੇ ਵਿੱਚ ਜੋ ਉਹ ਪ੍ਰੋਬਲਮਸ ਫੇਸ ਕਰਦੇ ਹਨ, ਉਹਨਾਂ ਨੂੰ ਬੇਸ ਬਣਾ ਕੇ ਸਾਨੂੰ ਇਹ ਅਵੇਅਰ ਕਰਾਇਆ। ਤੇ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਬੱਚਿਆਂ ਦੇ ਮਨਾਂ ਦੇ ਵਿੱਚ ਨਾ ਇੱਕ ਵਹਿਮ ਬੈਠ ਗਿਆ, ਮੈਂ ਇਹਨੂੰ ਵਹਿਮ ਹੀ ਕਹਾਂਗਾ, ਕਿ ਜੇ ਸਾਡੇ ਕੋਲ ਫੋਨ ਨਹੀਂ ਹੋਏਗਾ ਤੇ ਅਸੀਂ ਸਕਸੀਡ ਨਹੀਂ ਕਰ ਸਕਦੇ। ਇਹ ਇੱਕ ਬੱਚਿਆਂ ਦੇ ਮਨ ਦੇ ਵਿੱਚ ਵਹਿਮ ਬੈਠ ਗਿਆ। ਅਸੀਂ ਸਕੂਲ ਗੋਇੰਗ, ਖਾਸ ਕਰਕੇ ਜਿਹੜੇ 9ਵੀਂ ਤੋਂ ਉੱਪਰ, 8ਵੀਂ ਤੋਂ ਉੱਪਰਲੇ ਬੱਚੇ ਨੇ, ਉਹ ਇਹ ਸੋਚਦੇ ਨੇ ਕਿ ਸਾਡੇ ਕੋਲ ਹੱਥ 'ਚ ਟੈਕਨੋਲੋਜੀ ਹੋਣੀ ਚਾਹੀਦੀ ਹੈ, ਐਵਰੀਥਿੰਗ ਸ਼ੁੱਡ ਬੀ ਇਨ ਆਰ ਹੈਂਡਸ, ਤਾਂ ਹੀ ਅਸੀਂ ਅਪ ਟੂ ਡੇਟ ਰਵਾਂਗੇ, ਤਾਂ ਹੀ ਅਸੀਂ ਦੁਨੀਆ ਨਾਲ ਮੋਢਾ ਮਿਲਾ ਕੇ ਚੱਲ ਸਕਦੇ ਹਾਂ। ਨੋ ਡਾਊਟ ਕਿ ਇਹ ਚੀਜ਼ਾਂ ਜ਼ਰੂਰੀ ਨੇ, ਬਟ ਕਿਸੇ ਇੱਕ ਲਿਮਿਟ ਦੇ ਵਿੱਚ ਜ਼ਰੂਰੀ ਹਨ। ਜਿਵੇਂ ਵੀਰ ਜੀ ਨੇ ਦੱਸਿਆ ਕਿ ਅਸੀਂ ਜ਼ਿੰਦਗੀ ਜੀਣਾ ਭੁੱਲ ਗਏ ਹਾਂ, ਅਸੀਂ ਵਰਚੁਅਲਿਟੀ ਵਿੱਚ ਜੀ ਰਹੇ ਹਾਂ, ਅਸੀਂ ਵਰਚੁਅਲ ਲਾਈਫ ਜੀ ਰਹੇ ਹਾਂ, ਅਸੀਂ ਰੀਅਲ ਲਾਈਫ ਨਹੀਂ ਜੀ ਰਹੇ। ਜਦਕਿ ਜਿਹੜੇ ਜ਼ਿੰਦਗੀ ਦੇ ਜਿਹੜੇ ਚੈਲੰਜਸ ਹੈ, ਜਿਹੜੇ ਕੰਪੀਟੀਸ਼ਨਸ ਨੇ, ਦੇ ਆਰ ਨਾਟ ਵਰਚੁਅਲ, ਦੇ ਆਰ ਰੀਅਲ। ਔਰ ਮੈਂ ਕੁਛ ਥੋੜਾ ਜਿਹਾ ਪੜ੍ਹ ਰਿਹਾ ਸੀਗਾ ਕਿ ਐਵਰੇਜ ਜਿਹੜਾ ਮੋਬਾਈਲ ਟਾਈਮ ਹੈ ਨਾ, ਜਿਹੜਾ ਸਕਰੀਨ ਟਾਈਮ ਹੈ, ਉਹ ਹੈ
3.5 hours per day ਇੱਕ ਦਿਨ ਦੇ ਵਿੱਚ ਅਸੀਂ ਕੌਨਸ਼ੀਅਸਲੀ, ਅਨਕੌਨਸ਼ੀਅਸਲੀ, ਸਬਕੌਨਸ਼ੀਅਸਲੀ, ਨੋਇੰਗਲੀ, ਅਨਨੋਇੰਗਲੀ ਅਸੀਂ ਐਵਰੇਜ ਜਿਹੜਾ ਹੈ ਉਹ 3 ਘੰਟੇ ਤੋਂ ਉੱਪਰ ਅਸੀਂ ਮੋਬਾਈਲ ਦੇ ਉੱਤੇ ਸਪੈਂਡ ਕਰਦੇ ਹਾਂ। ਤੇ ਉਹ 3 ਘੰਟੇ ਨੂੰ ਜੇ ਅਸੀਂ ਜ਼ਿਆਦਾ ਨਹੀਂ ਤਾਂ ਮੈਂ ਕਹਿੰਦਾ ਸਿਰਫ 1/3 ਕਰ ਦਈਏ, 30% ਕਰ ਦਈਏ, ਵੈਸੇ ਤਾਂ 1 ਘੰਟਾ ਵੀ ਬਹੁਤ ਜ਼ਿਆਦਾ ਹੈ, ਪਰ ਅਗਰ ਅਸੀਂ 1/3 ਕਰ ਦਈਏ ਉਹਨੂੰ ਜਾਂ ਹਾਫ ਵੀ ਕਰ ਦਈਏ, ਸਾਡੀ ਪ੍ਰੋਡਕਟਿਵਿਟੀ ਡਬਲ ਹੋ ਸਕਦੀ ਹੈ। ਉਹ ਜਿਹੜਾ ਘੰਟਾ 1.5 ਘੰਟਾ ਸਾਡੇ ਕੋਲ ਬਚਦਾ ਹੈ, ਉਹ ਅਸੀਂ ਪਾਰਕ 'ਚ ਜਾਈਏ, ਦੋਸਤਾਂ ਨਾਲ ਗੱਲਾਂ ਕਰੀਏ, ਗੁਰਦੁਆਰੇ ਜਾਈਏ, ਸੇਵਾ ਕਰੀਏ। ਜਿਹੜਾ ਗਗਨ ਮੋਹਨ ਸਿੰਘ ਜੀ ਨੇ ਕਨਸੈਪਟ ਦੱਸਿਆ ਨਾ ਕਿ ਗੁਰਦੁਆਰੇ ਦੇ ਵਿੱਚ ਜਾ ਕੇ, ਗੁਰਦੁਆਰਾ ਇੱਕ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੀ ਬਖਸ਼ਿਸ਼ ਦਿੱਤੀ ਹੈ, ਇੱਕ ਇਹੋ ਜਿਹਾ ਇੰਸਟੀਟਿਊਸ਼ਨ ਦਿੱਤਾ ਹੈ ਜਿਹੜਾ ਕਿ ਸਾਡੀ ਓਵਰਆਲ ਪਰਸਨੈਲਿਟੀ ਦੀ ਡਿਵੈਲਪਮੈਂਟ ਕਰਦਾ ਹੈ। ਸਿਰਫ ਇਹ ਨਹੀਂ ਹੈ ਕਿ ਆਪਾਂ ਉੱਥੇ ਜਾ ਕੇ ਪਾਠ ਕਰਕੇ ਤੇ ਪਾਠ ਸੁਣ ਕੇ ਵਾਪਿਸ ਆ ਜਾਣਾ ਹੈ। ਗੁਰਦੁਆਰਾ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ, ਸੇਵਾ, ਸਿਮਰਨ, ਲੰਗਰ ਦੇ ਵਿੱਚ ਕੁਕਿੰਗ। ਜਿੰਨੇ ਵੀ ਅਸੀਂ ਸਾਰਿਆਂ ਨੇ ਗੁਰਦੁਆਰਿਆਂ ਵਿੱਚ ਲੰਗਰ ਛਕਿਆ। ਕਿਸੇ ਵੀ 5 ਸਟਾਰ ਹੋਟਲ ਦਾ ਸ਼ੈਫ ਜਿਹੜਾ ਨਾ, ਉਹ ਗੁਰਦੁਆਰੇ ਦੇ ਲੰਗਰ ਦੇ ਟੇਸਟ ਨੂੰ ਮਾਤ ਨਹੀਂ ਪਾ ਸਕਦਾ। ਗੁਰਬਾਣੀ ਕਿਉਂਕਿ ਉਹਦੇ ਵਿੱਚ ਹੈ, ਬਟ ਇਹਦੇ ਵਿੱਚ ਜਿਹੜੇ ਸ਼ੈਫ ਨੇ, ਗੁਰਦੁਆਰੇ ਦੇ ਜਿਹੜੇ ਸ਼ੈਫ ਨੇ, ਜਿਹੜੇ ਲਾਂਗਰੀ ਨੇ, ਉਹਨਾਂ ਦਾ ਕਿੰਨੇ ਉਹ ਐਕਸਪੀਰੀਅੰਸਡ ਹੋਣਗੇ, ਕਿੰਨੇ ਉਹ ਐਕਸਪਰਟ ਹੋਣਗੇ। ਤੇ ਇਹ ਗੁਰੂ ਸਾਹਿਬ ਨੇ ਸਾਨੂੰ ਗੁਰਦੁਆਰੇ ਦੀ ਇੱਕ ਇਹੋ ਜਿਹੀ ਬਖਸ਼ਿਸ਼ ਦਿੱਤੀ ਹੈ ਜਿਹੜੀ ਸਾਨੂੰ ਦੁਨੀਆ ਦੇ ਵਿੱਚ ਜੀਣਾ ਸਿਖਾਉਂਦੀ ਹੈ, ਸਾਨੂੰ ਅਸੀਂ ਵਿਚਰਨਾ ਕਿਵੇਂ ਹੈ ਉਹ ਸਾਨੂੰ ਸਿਖਾਉਂਦੀ ਹੈ। ਮੈਂ ਕਿਉਂਕਿ ਮੈਂ ਡਾਕਟਰ ਹਾਂ, ਇਸ ਤੋਂ ਪਹਿਲਾਂ ਕਿ ਮੈਂ ਗਗਨ ਮੋਹਨ ਸਿੰਘ ਜੀ ਕੋਲ ਅਸੀਂ ਜਾਈਏ ਕੁਐਸਚਨਸ ਕੁਝ ਡਿਸਕਸ਼ਨ ਲਈ, ਮੈਂ ਬੇਨਤੀ ਕਰਾਂਗਾ ਕਿ ਜਿਹੜੇ ਕੋਈ ਬੱਚੇ ਜਾਂ ਪੇਰੈਂਟਸ ਕੁਝ ਕੁਐਸਚਨ ਪੁੱਛਣਾ ਚਾਹੁੰਦੇ ਹਨ ਉਹ ਚੈਟ ਬਾਕਸ ਵਿੱਚ ਟਾਈਪ ਕਰ ਸਕਦੇ ਹਨ। ਬਟ ਉਸ ਤੋਂ ਪਹਿਲਾਂ ਮੈਂ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਸ਼ੇਅਰ ਕਰਨੀਆਂ ਚਾਹਾਂਗਾ ਕਿ ਜਿਹੜਾ ਇਹ ਮੋਬਾਈਲ ਫੋਨਸ ਦੀ ਯੂਜ਼ ਹੈ ਨਾ, ਇਹਨੂੰ ਮੈਂ ਇੱਕ ਦੋ ਸਾਇੰਟਿਫਿਕ ਸਟੱਡੀਜ਼ ਜਿਹੜੀਆਂ ਨੇ ਉਹ ਕੋਟ ਕਰ ਰਿਹਾ ਹਾਂ। ਤੋ ਇਹ ਇੱਕ ਸਟੱਡੀ ਹੋਈ ਸੀ ਪਿਛਲੇ ਸਾਲ ਜਿਹੜੀ ਕਹਿੰਦੀ ਹੈ ਕਿ ਜਿਹੜੇ ਬੱਚੇ ਮੋਬਾਈਲ ਫੋਨ ਯੂਜ਼ ਕਰਦੇ ਹਨ ਉਹਨਾਂ ਦੇ ਵਿੱਚ ਜਿਹੜੀ ਸਕਲ ਬੋਨ ਹੁੰਦੀ ਹੈ, ਜਿਹੜੀ ਸਾਡੀ ਸਿਰ ਦੀ ਬੋਨ ਹੈ, ਉਹਦੇ ਵਿੱਚ ਹਾਰਨਸ ਗਰੋ ਕਰਨ ਲੱਗ ਪਏ ਨੇ। ਤੋ ਇਹ ਇੱਕ ਐਕਸ-ਰੇ ਹੈ, ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਅਗਰ ਤੁਸੀਂ ਕਰਸਰ ਜਿਹੜਾ ਹੈ ਆਪਣੀ ਸਕਰੀਨ ਤੇ ਦੇਖ ਸਕਦੇ ਹੋ, ਇਹ 3 ਸੈਂਟੀਮੀਟਰ ਦਾ, ਅਪਰੋਕਸੀਮੇਟਲੀ 3 ਸੈਂਟੀਮੀਟਰ ਦਾ ਇੱਕ ਹਾਰਨ ਜਿਹੜਾ ਹੈ ਉਹ ਬੱਚਿਆਂ ਦੇ ਵਿੱਚ ਹੱਡੀਆਂ ਦੇ ਵਿੱਚ ਪਿੱਛੇ ਗਰੋ ਹੋਣਾ ਸ਼ੁਰੂ ਹੋ ਗਿਆ ਡਿਊ ਟੂ ਐਕਸੈਸਿਵ ਮੋਬਾਈਲ ਯੂਜ਼। ਤੇ ਇਹ ਦਿਨ ਦੂਰ ਨਹੀਂ ਕਿ ਸਾਡੀ ਸ਼ਕਲ ਜਿਹੜੀ ਹੈ ਉਹ ਮੇਬੀ 10, 15, 20 ਸਾਲਾਂ ਬਾਅਦ ਸਾਡੀ ਸ਼ਕਲ ਜਿਹੜੀ ਹੈ ਉਹ ਐਦਾਂ ਦੀ ਲੱਗਣ ਲੱਗ ਪਵੇ ਅਗਰ ਅਸੀਂ ਮੋਬਾਈਲ ਦੀ ਵਰਤੋਂ ਤੋਂ ਹੁਣ ਬਚਾਂਗੇ ਨਹੀਂ। ਦੂਜੀ ਗੱਲ ਮੈਂ ਇੱਕ ਇਸ ਸਲਾਈਡ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਸਾਇੰਸ ਇਹ ਮੰਨਦੀ ਹੈ ਕਿ ਐਵੋਲੂਸ਼ਨ ਥਿਊਰੀ 'ਚ ਵਿਸ਼ਵਾਸ ਕਰਦੀ ਹੈ ਸਾਇੰਸ ਕਿ ਜਿਹੜਾ ਇਨਸਾਨ ਹੈ ਉਹਦੀ ਜਿਹੜੀ ਐਵੋਲੂਸ਼ਨ ਹੋਈ ਹੈ ਨਾ ਉਹ ਜਾਨਵਰਾਂ ਤੋਂ ਹੋਈ ਹੈ। ਹਾਲਾਂਕਿ ਗੁਰਬਾਣੀ ਕਹਿੰਦੀ ਹੈ ਕਿ ਕੀਤਾ ਪਸਾਓ ਇੱਕੋ ਕਵਾਓ, ਬਟ ਅੱਜ ਦੀ ਡੇਟ ਵਿੱਚ ਸਾਇੰਸਦਾਨਾਂ ਦਾ ਇਹ ਮੰਨਣਾ ਹੈ ਕਿ ਇਨਸਾਨ ਜਿਹੜਾ ਹੈ ਉਹ ਗ੍ਰੈਜੂਅਲੀ ਪਹਿਲਾਂ ਜਾਨਵਰ ਸੀ, ਗ੍ਰੈਜੂਅਲੀ ਉਹ ਅੱਜ ਦੇ ਫਾਰਮ ਦੇ ਵਿੱਚ ਪਹੁੰਚਿਆ। ਤੇ ਇਹ ਵੀ ਉਹਨਾਂ ਦਾ ਸਾਇੰਟਿਸਟ ਦਾ ਮੰਨਣਾ ਹੈ ਕਿ ਜਿਹੜੀ ਅੱਜ ਦਾ ਫਾਰਮ ਹੈ ਦਿਸ ਇਜ਼ ਦੀ ਮੋਸਟ ਐਡਵਾਂਸਡ ਫਾਰਮ, ਇਸ ਤੋਂ ਉੱਪਰ ਐਡਵਾਂਸਮੈਂਟ ਜਿਹੜੀ ਹੈ ਉਹ ਨਹੀਂ ਹੋ ਸਕਦੀ। ਸੋ ਅਗਰ ਅਸੀਂ ਇਹ ਐਵੋਲੂਸ਼ਨ ਦੀ ਜਿਹੜੀ ਫੋਟੋ ਜਿਹੜੀ ਅਸੀਂ ਸਾਇੰਸ ਦੀਆਂ ਕਿਤਾਬਾਂ ਵਿੱਚ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਅਗਰ ਅਸੀਂ ਇਹਨੂੰ ਹੁਣ ਦੇਖੀਏ ਵੀ ਅੱਜ ਤੋਂ 50 ਸਾਲ ਬਾਅਦ ਜਾਂ 100 ਸਾਲ ਬਾਅਦ ਕੀ ਹੋਏਗਾ, ਤੋ ਮੋਬਾਈਲ ਫੋਨ ਹੈ, ਸਾਡੀ ਗਰਦਨ ਝੁਕ ਗਈ, ਲੈਪਟਾਪ ਕੰਪਿਊਟਰ ਆ ਗਿਆ, ਸਾਡਾ ਸਰੀਰ ਕੁੱਬਾ ਹੋ ਗਿਆ। ਤੋ ਇਹ ਐਵੋਲੂਸ਼ਨ ਹੋ ਰਹੀ ਹੈ ਕਿ ਅਸੀਂ ਵਾਪਸ ਪੁਰਾਣੇ ਵਾਲੇ ਪਾਸੇ ਹੀ ਜਾ ਰਹੇ ਹਾਂ। ਸੋ ਮੈਂ ਇਹਨੂੰ ਕੁਐਸਚਨ ਮਾਰਕ ਦਿੱਤਾ ਕਿ ਕੀ ਅਸੀਂ ਪ੍ਰੋਗਰੈਸ ਕਰ ਰਹੇ ਹਾਂ ਕਿ ਰਿਗਰੈਸ ਕਰ ਰਹੇ ਹਾਂ। ਸਾਡਾ ਬਾਡੀ ਦਾ ਪੋਸਚਰ, ਸਾਡਾ ਮਾਈਂਡ ਜਿਹੜਾ ਹੈ ਉਹ ਡਿਵੈਲਪ ਹੋ ਰਿਹਾ ਹੈ ਕਿ ਉਹਦੀ ਡਿਵੈਲਪਮੈਂਟ ਜਿਹੜੀ ਹੈ ਉਸ ਤੋਂ ਵਾਪਸ ਲਈ ਜਾ ਰਹੀ ਹੈ। ਬਾਕੀ ਜਿਹੜੇ ਹੈਲਥ ਇਫੈਕਟਸ ਹੈ ਆਈਜ਼ ਉੱਤੇ, ਬ੍ਰੇਨ ਉੱਤੇ, ਈਅਰ, ਸਕਿਨ, ਕੈਂਸਰ, ਈਵਨ ਫਰਟੀਲਿਟੀ ਜਿਹੜੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਿਟਰੇਚਰ ਦੇ ਵਿੱਚ ਡਿਸਕ੍ਰਾਈਬ ਕੀਤੀਆਂ ਗਈਆਂ ਨੇ। ਬਟ ਜਿਹੜਾ ਅੱਜ ਦਾ ਟੌਪਿਕ ਗਗਨ ਮੋਹਨ ਸਿੰਘ ਜੀ ਨੇ ਲਿਆ ਹੈ ਕਿ ਸਾਨੂੰ ਸਮਾਰਟਫੋਨ ਸਮਾਰਟ ਨਹੀਂ ਬਣਾ ਰਹੇ, ਡੰਬ ਬਣਾ ਰਹੇ ਹਨ, ਅਸੀਂ ਇਹਨਾਂ ਤੋਂ ਬਚਣਾ ਹੈ। ਇਹ ਮੇਰੇ ਹਿਸਾਬ ਨਾਲ ਸਾਡੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਲੈਸਨ ਹੈ ਜਿਹੜਾ ਕਿ ਸਾਡੀ ਨਾ ਸਿਰਫ ਸਪਿਰਿਚੁਅਲ ਜਾਂ ਮੈਂਟਲ ਜਾਂ ਫਿਜ਼ੀਕਲ ਗਰੋਥ ਲਈ ਜ਼ਰੂਰੀ ਹੈ, ਬਟ ਕਿ ਅਗਰ ਅਸੀਂ ਓਵਰਆਲ ਦੇਖੀਏ
ਸੁਸਾਇਟੀ ਵਿੱਚ ਸਰਵਾਈਵ ਕਰਨ ਲਈ ਇਹ ਮੋਬਾਈਲ ਫੋਨ ਤੋਂ ਸਾਨੂੰ ਜਿਹੜਾ ਹੈ ਉਹ ਛੁਟਕਾਰਾ ਪਾਉਣਾ ਪਏਗਾ। ਸਾਡੇ ਬੌਸ ਜਿਹੜੇ ਨੇ ਉਹ ਕਹਿੰਦੇ ਹਨ ਕਿ ਜਿਹੜੇ ਬੰਦੇ ਨੇ ਮਜ਼ਾਕ 'ਚ ਕਹਿੰਦੇ ਆ ਕਿ ਜਿਹੜੇ ਬੰਦੇ ਨੇ ਮੋਬਾਈਲ ਫੋਨ ਬਣਾਇਆ ਹੀ ਸ਼ੁੱਡ ਬੀ ਪਬਲਿਕਲੀ ਹੈਂਗਡ, ਬਿਕੋਜ਼ ਇੰਨੀ ਮੋਬਾਈਲ ਫੋਨਸ ਨੇ ਸਾਡੀ ਲਾਈਫ ਜਿਹੜੀ ਹੈ ਉਹ ਇਫੈਕਟ ਕੀਤੀ ਹੈ ਨੈਗੇਟਿਵ ਵੇ ਦੇ ਵਿੱਚ। ਪੋਜ਼ੀਟਿਵ ਇੰਪਲੀਕੇਸ਼ਨਸ ਹਨ ਬਟ ਅਸੀਂ ਉਹਨਾਂ ਨੂੰ ਪ੍ਰੋਪਰਲੀ ਯੂਜ਼ ਨਹੀਂ ਕੀਤਾ ਤੇ ਅਬਿਊਜ਼ ਕਰਕੇ ਅਸੀਂ ਉਹਦਾ ਨੁਕਸਾਨ ਜਿਹੜਾ ਹੈ ਉਹ ਜ਼ਿਆਦਾ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਦੇਖ ਰਹੇ ਹਾਂ। ਮੈਂ ਡਾਕਟਰ ਸਰਬਜੋਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ 2 ਮਿੰਟ ਲਈ ਆਪਣੇ ਵਿਚਾਰ ਰੱਖਣ ਤੇ ਉਸ ਤੋਂ ਬਾਅਦ ਅਸੀਂ ਕਵਲਪ੍ਰੀਤ ਕੌਰ ਜੀ ਕੋਲ 5 ਮਿੰਟ ਲਈ ਅਸੀਂ ਇੱਕ ਸ਼ਬਦ ਸਰਵਨ ਕਰਕੇ ਤੇ ਓਸ਼ਨ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਹਨ ਤੇ ਉਸ ਤੋਂ ਬਾਅਦ ਕਵਲਪ੍ਰੀਤ ਕੌਰ ਦੇ ਸ਼ਬਦ ਤੋਂ ਬਾਅਦ ਅਸੀਂ ਸਿੱਧਾ ਓਸ਼ਨ ਸਿੰਘ ਜੀ ਵੱਲ ਰੁਖ ਕਰਾਂਗੇ। ਡਾਕਟਰ ਸਰਬਜੋਤ ਕੌਰ ਜੀ। ਹਾਂਜੀ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੇ ਦੋਨੋਂ ਸਿਆਣੇ ਬੱਚਿਆਂ ਨੇ ਡਾਕਟਰ ਇੰਜੀਨੀਅਰ ਗਗਨ ਮੋਹਨ ਸਿੰਘ ਜੀ ਤੇ ਡਾਕਟਰ ਅਰਸ਼ਦੀਪ ਸਿੰਘ ਜੀ ਨੇ ਤੁਹਾਨੂੰ ਮੋਬਾਈਲ ਬਾਰੇ ਦੱਸਿਆ ਤੇ ਮੈਂ ਨਾ ਹੁਣੇ ਇੱਥੇ ਇੱਕ ਚੈਟ ਬਾਕਸ ਦੇ ਵਿੱਚ ਦੇਖਦੀ ਪਈ ਸੀ, ਤਵਲੀਨ ਕੌਰ ਜੀ ਨੇ ਕੁਐਸਚਨ ਕਿਹਾ ਜੀ ਮੈਨੂੰ ਹਰ ਰੋਜ਼ 5-6 ਘੰਟੇ ਜਿਹੜਾ ਉਹ ਸਕੂਲ ਦਾ ਕੰਮ ਆਨਲਾਈਨ ਕਰਨਾ ਪੈਂਦਾ ਹੈ। ਕਿ ਅਸੀਂ ਸਮਝਦੇ ਪਏ ਹਾਂ ਕਿ ਅੱਜ ਕਰੋਨਾ ਦੇ ਦਿਨਾਂ ਦੇ ਵਿੱਚ ਇਹ ਇੱਕ ਵੱਡੀ ਸਮੱਸਿਆ ਸਾਡੇ ਲਈ ਬਣੀ ਹੋਈ ਹੈ ਕਿ ਬੱਚੇ ਜਿਹੜੇ ਨੇ ਉਹ ਫੋਨ ਤੇ ਕੰਮ ਕਰਦੇ ਪਏ ਨੇ। ਪਰ ਬੱਚਿਓ, ਫੋਨ ਅਵੋਇਡ ਹੋ ਸਕਦਾ ਵੇ ਜੇ ਅਸੀਂ ਜਾਂ ਤੇ ਲੈਪਟਾਪ ਨੂੰ ਯੂਜ਼ ਕਰ ਲਈਏ ਜਾਂ ਫਿਰ ਅਸੀਂ ਡੈਸਕਟਾਪ ਨੂੰ। ਉਹਨਾਂ ਦਾ ਇਫੈਕਟ ਕੰਪੈਰੀਟਿਵਲੀ ਘੱਟ ਹੈ। ਸਾਡੀ ਮਜਬੂਰੀ ਹੈ ਕਿਉਂਕਿ ਮੋਬਾਈਲ ਫੋਨ ਦੇ ਫਾਇਦੇ ਵੀ ਬੜੇ ਹੈਗੇ ਨੇ, ਠੀਕ ਹੈ ਨਾ, ਯੂਜ਼ਸ ਵੀ ਹੈਗੇ ਨੇ। ਅੱਜ ਜੇ ਅਸੀਂ ਬੈਠੇ ਹੋਏ ਹਾਂ ਤੇ ਇਹ ਅਸੀਂ ਕਿਸ ਦਾ ਟੈਕਨੋਲੋਜੀ ਕਰਕੇ ਅਸੀਂ ਬੈਠੇ ਹੋਏ ਹਾਂ, ਇਕੱਠੇ ਹੋ ਸਕਦੇ ਹਾਂ। ਸੋ ਉਹਨੂੰ ਅਸੀਂ ਯੂਜ਼ ਕਿਵੇਂ ਕਰਨਾ ਹੈ, ਕਦੋਂ ਕਰਨਾ ਹੈ, ਕਿੰਨਾ ਕਰਨਾ ਹੈ, ਇਹ ਗੱਲਾਂ ਸਾਨੂੰ ਦੱਸੀਆਂ ਗਈਆਂ। ਸੋ ਜਿਹੜਾ ਮੋਬਾਈਲ ਉੱਤੇ ਤੁਸੀਂ ਹੋਮਵਰਕ ਕਰਦੇ ਹੋ ਨਾ, ਉਸ ਹੋਮਵਰਕ ਨੂੰ ਜਿਹੜਾ ਹੈ ਨਾ ਉਹ ਹੁਣ ਤੁਸੀਂ ਕੰਪਿਊਟਰ ਉੱਤੇ ਕਰਨਾ ਸ਼ੁਰੂ ਕਰ ਦਿਓਗੇ ਤੇ ਕੰਪੈਰੀਟਿਵਲੀ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਹੈ ਉਹ ਘੱਟ ਨੁਕਸਾਨ ਹੋਵੇਗਾ। ਆਪਾਂ ਇਹ ਦੇਖਣਾ ਹੁੰਦਾ ਹੈ ਕਿ ਵਾਟ ਟੂ ਚੂਜ਼, ਵੀ ਕਿੰਨਾ ਨੁਕਸਾਨ ਹੈ, ਘੱਟ ਨੁਕਸਾਨ ਵਾਲਾ ਚੁਣਨਾ ਵੇ ਕਿ ਕਿਹੜਾ ਨੁਕਸਾਨ ਸਾਨੂੰ ਜਿੱਥੇ ਘੱਟ ਨੁਕਸਾਨ ਹੈ। ਇਹ ਹੁਣ ਸਾਡੀ ਇੱਕ ਮਜਬੂਰੀ ਹੈ। ਅੱਜ ਕੱਲ੍ਹ ਸਾਡੀਆਂ ਆਨਲਾਈਨ ਕਲਾਸਿਸ ਸਾਰੇ ਬੱਚਿਆਂ ਦੀਆਂ ਲੱਗਦੀਆਂ ਪਈਆਂ ਨੇ। ਸੋ ਅਸੀਂ ਇਸ ਢੰਗ ਦੇ ਨਾਲ ਜਿਹੜਾ ਹੈ ਅਸੀਂ ਜਿੰਨਾ ਵੱਧ ਤੋਂ ਵੱਧ ਅਵੋਇਡ ਕਰ ਸਕੀਏ ਉਹਨੂੰ ਅਸੀਂ ਅਵੋਇਡ ਕਰਨਾ ਹੈ। ਪਰ ਮੈਂ ਇਹ ਦੇਖਦੀ ਹਾਂ ਕਿ ਬੱਚੇ ਰੋਟੀ ਖਾਣ ਲੱਗਿਆ ਵੀ ਮੋਬਾਈਲ ਆਪਣੇ ਅੱਗੇ ਰੱਖ ਲੈਂਦੇ ਨੇ। ਉਦੋਂ ਖਾਣਾ ਹੀ ਤਾਂ ਹੈ ਜੇ ਮੋਬਾਈਲ ਉੱਤੇ ਕੁਝ ਤੁਹਾਡੀ ਵੀਡੀਓ ਲੱਗੀ ਹੋਈ ਹੈ ਜਾਂ ਗੇਮਸ ਖੇਡੀ ਜਾਣੀਆਂ ਨੇ। ਜਦੋਂ ਅਸੀਂ ਤੁਹਾਨੂੰ ਬੇਟੇ ਅੱਜ ਇਹ ਟੌਪਿਕ ਲਿਆਏ ਨਾ ਤੇ ਸਾਡਾ ਪਰਪਸ ਇਹ ਵੇ ਕਿ ਜਿੰਨਾ ਜ਼ਰੂਰੀ ਹੈ ਉਹ ਤਾਂ ਅਸੀਂ ਵਰਤਣਾ ਹੀ ਹੈ, ਠੀਕ ਹੈ, ਜਿੰਨਾ ਜ਼ਰੂਰੀ ਉਹਨਾਂ ਵਰਤਣਾ ਹੈ। ਪਰ ਜਦੋਂ ਅਸੀਂ ਐਕਸਟਰਾ ਹਰ ਚੀਜ਼ ਦੀ ਜਿਹੜੀ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਐਕਸੈਸ ਜਿਹੜੀ ਹੈ ਉਹ ਮਾੜੀ ਹੁੰਦੀ ਹੈ। ਤਾਂ ਸਾਡਾ ਪਰਪਸ ਕੇਵਲ ਇਹ ਕਹਿੰਦਾ ਹੈ ਹੋਮਵਰਕ ਆਪਾਂ ਕਰਨਾ ਹੈ ਤੇ ਬੇਟੇ ਉਹ ਕਰਨਾ ਹੀ ਕਰਨਾ, ਠੀਕ ਹੈ ਬੱਚੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।